ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਖਿੜਦਾ ਪੰਜਾਬ ਐਂਡ ਗਲੋਬਲ ਮਿਡਾਸ ਦੀ ਪ੍ਰਾਊਡ ਸਿੱਖ ਲੀਡਰਸ਼ਿਪ ਸੀਰੀਜ਼ ਦੇ ਵਿੱਚ ਅਸੀਂ ਆਏ ਆ ਪ੍ਰੋਫੈਸਰ ਸੁਰਿੰਦਰ ਸਿੰਘ ਜੋਤਾ ਜੀ ਦੇ ਨਾਲ, ਜਿਹੜੇ ਐਮੀਨੈਂਟ ਪਰਸਨੈਲਿਟੀ ਹੈਗੇ ਤੇ ਇਹਨਾਂ ਦੇ ਕਾਫੀ ਵਰਕ ਸੋਸ਼ਲ ਸੈਕਟਰ ਦੇ ਵਿੱਚ ਪਲੱਸ ਐਗਰੀਗੇਰੀਅਨ ਕ੍ਰਾਈਸਿਸ ਐਂਡ ਐਗਰੀਗੇਰੀਅਨ ਰਿਸਰਚ ਦੇ ਵਿੱਚ ਵੀ ਕੀਤਾ। ਤੇ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਹਨਾਂ ਦੇ ਬਾਰੇ ਤੇ ਇਹਨਾਂ ਦੇ ਕੰਮ ਦੇ ਬਾਰੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਕਮਿੰਗ ਐਂਡ ਤੁਹਾਡਾ ਸਾਰੇ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਸਰ ਥੋੜਾ ਪਹਿਲੇ ਤੁਸੀਂ ਆਪਣੇ ਅਕੈਡਮਿਕ ਕੈਰੀਅਰ ਦੇ ਬਾਰੇ ਐਂਡ ਪ੍ਰੋਫੈਸ਼ਨਲ ਕੈਰੀਅਰ ਦੇ ਬਾਰੇ ਦੱਸੋ। ਮੈਂ ਇੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੋਸ਼ੀਓਲੋਜੀ ਡਿਪਾਰਟਮੈਂਟ 'ਚ ਪ੍ਰੋਫੈਸਰ ਹੈਗਾ। ਮੈਨੂੰ ਇੱਥੇ ਹੋ ਗਏ ਵੀ 22 ਸਾਲ ਹੋ ਗਿਆ ਇੱਥੇ ਕੰਮ ਕਰਦੇ। ਮੈਂ ਆਪਣੀ PhD ਕੀਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਫਿਰ ਹੈਦਰਾਬਾਦ ਯੂਨੀਵਰਸਿਟੀ 'ਚ ਮੈਂ 8 ਸਾਲ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਚਲਾ ਗਿਆ ਸੀਗਾ, 3 ਸਾਲ ਉੱਥੇ ਕੰਮ ਕੀਤਾ। ਉਸ ਤੋਂ ਬਾਅਦ ਮੈਂ ਇੱਥੇ ਆਇਆ ਅਤੇ ਬਾਕੀ ਬਾਹਰ ਵੀ ਜਾਈਦਾ, ਕਾਫੀ ਮਤਲਬ ਆਪਣੀਆਂ ਕਿਤਾਬਾਂ ਕਤੂਬਾਂ ਛਾਪੇ ਰਹਿੰਦੇ ਹਾਂ, ਆਰਟੀਕਲ ਰਿਸਰਚ ਕਰਦੇ ਰਹਿੰਦੇ ਹਾਂ। ਮੇਰਾ ਜਿਹੜਾ ਮੇਨ ਕੰਮ ਸ਼ੁਰੂ ਤੋਂ ਕੀਤਾ ਸੀਗਾ ਉਹ ਮੈਂ ਐਗਰੀਰੀਅਨ ਚੇਂਜ 'ਤੇ ਹੀ ਕੀਤਾ ਸੀਗਾ। ਕਿਵੇਂ ਖੇਤੀਬਾੜੀ ਦੇ ਵਿੱਚ ਬਦਲਾਅ ਆ ਰਿਹਾ, ਪਿੰਡਾਂ ਦੀ ਜਿਹੜੀ ਰਹਿਣ ਸਹਿਣ ਦੇ ਵਿੱਚ ਕੀ ਚੇਂਜ ਆ ਰਿਹਾ, ਖਾਸ ਤੌਰ 'ਤੇ ਜਿਹੜੇ ਇਕਨੋਮਿਕ ਆਸਪੈਕਟ ਸੀਗੇ ਉਹਨੂੰ ਲੈ ਕੇ ਮੈਂ ਹਰਿਆਣੇ 'ਚ ਵੀ ਕੰਮ ਕੀਤਾ, ਪੰਜਾਬ 'ਚ ਵੀ ਕੰਮ ਕੀਤਾ, ਕਾਫੀ ਸਾਰਾ ਕੰਮ ਕੀਤਾ। ਉਸ ਤੋਂ ਬਾਅਦ ਜਿਹੜੇ ਇਸ਼ੂ ਹੈਗੇ ਆਈਡੈਂਟੀਟੀ ਦੇ, ਖਾਸ ਤੌਰ 'ਤੇ ਸਿੱਖ ਆਈਡੈਂਟੀਟੀ ਦੇ ਜਾਂ ਵੈਸੇ ਇੰਡੀਅਨ ਪੋਲੀਟਿਕਸ ਦੇ ਵਿੱਚ ਆਈਡੈਂਟੀਟੀ ਪੋਲੀਟਿਕਸ ਦਾ ਕੀ ਰੋਲ ਹੈਗਾ, ਉਹਦੇ 'ਚ ਮੇਰੀ ਕਿਤਾਬ ਹੈਗੀ। ਬਾਕੀ ਹੋਰ ਵੀ ਪੰਜਾਬ ਦੇ ਵਿੱਚ ਜਿਵੇਂ ਆਈਡੈਂਟੀਟੀ ਦੇ ਵੱਖਰੇ ਵੱਖਰੇ ਐਕਸਿਸ ਹੈਗੇ, ਕਦੀ ਸਿੱਖੀ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਆ, ਕਦੀ ਪੰਜਾਬੀਅਤ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਆ। ਬਾਕੀ ਇਕਨੋਮਿਕ ਇਸ਼ੂਜ਼ ਵੀ ਹੈਗੇ, ਕਾਸਟ ਇਸ਼ੂਜ਼ ਵੀ ਹੈਗੇ। ਉਹਨਾਂ ਸਾਰਿਆਂ ਨੂੰ ਲੈ ਕੇ ਕਿਵੇਂ ਆਈਡੈਂਟੀਟੀ ਦੇ ਡਾਇਨਾਮਿਕਸ ਹੈਗੇ ਉਹ ਕਿਵੇਂ ਨਿਕਲ ਕੇ ਆਉਂਦੇ ਆ, ਅਤੇ ਕਿਵੇਂ ਜਿਹੜੀ ਪੰਜਾਬੀ ਲੈਂਗੁਏਜ ਅਤੇ ਪੰਜਾਬੀ ਆਈਡੈਂਟੀਟੀ ਅਤੇ ਉਹਦਾ ਸਿੱਖੀ ਦੇ ਨਾਲ ਕੀ ਰਿਲੇਸ਼ਨਸ਼ਿਪ ਹੈਗਾ, ਉਸ 'ਤੇ ਵੀ ਥੋੜ੍ਹਾ ਬਹੁਤਾ ਰਿਸਰਚ ਹੈਗੀ ਅਤੇ ਹੋਰ ਮੈਂ ਅੱਗੇ ਕਰਨ ਦੀ ਸੋਚ ਰਿਹਾ। ਮੇਰਾ ਜਿਹੜਾ ਤੀਜਾ ਏਰੀਆ ਰਿਸਰਚ ਦਾ ਹੈਗਾ ਉਹ ਹੈਗਾ ਕਾਸਟ ਨੂੰ ਲੈ ਕੇ। ਉਹਦੇ 'ਤੇ ਮੇਰਾ ਕੰਮ ਜਿਹੜਾ, ਲੋਕਾਂ ਨੇ ਕਾਸਟ ਦੀ ਗੱਲ ਤਾਂ ਬੜੀ ਕੀਤੀ ਹੈਗੀ, ਪਰ ਪੰਜਾਬ 'ਤੇ ਸਿੱਖੀ ਨੂੰ ਲੈ ਕੇ ਉਹ ਕਾਸਟ ਦੀ ਗੱਲ ਕਰਨ ਤੋਂ ਲੋਕ ਕਤਰਾਉਂਦੇ ਹੈਗੇ। ਜਿਹੜੇ ਬਾਹਰ ਦੇ ਮੇਨ ਸਟਰੀਮ ਆ ਉਹਨੂੰ ਲੱਗਦਾ ਕਿ ਪੰਜਾਬ ਵਿੱਚ ਕਾਸਟ ਹੈ ਹੀ ਨਹੀਂ ਗੀ, ਅਤੇ ਪੰਜਾਬ ਦੇ ਜਿਹੜੇ ਹੈਗੇ ਉਹ ਕਾਸਟ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹ ਤਾਂ ਸਿੱਖੀ ਦੇ ਵਿਰੁੱਧ ਹੈਗੀ। ਅਤੇ ਬਾਕੀ ਜਿਹੜੀ ਜ਼ਿੰਦਗੀ ਹੈਗੀ ਸਾਡੇ ਪੇਂਡੂ ਜ਼ਿੰਦਗੀ, ਸ਼ਹਿਰੀ ਜ਼ਿੰਦਗੀ, ਸਾਰਿਆਂ ਨੂੰ ਪਤਾ ਹੈ ਉਹਦੇ 'ਚ ਕਾਸਟ ਬੜੀ ਅਹਿਮ ਚੀਜ਼ ਹੈਗੀ। ਉਹ ਸਾਰੀ ਸੋਸ਼ਲ ਆਰਗੇਨਾਈਜੇਸ਼ਨ, ਈਵਨ ਜਿਹੜੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੀ ਉਹਦੇ 'ਚ ਵੀ ਉਹ ਇਸ਼ੂਜ਼ ਹੈਗੇ, ਪਰ ਉਹ ਕੋਈ ਫਰੇਮ ਨਹੀਂ ਕਰਦਾ, ਉਹਦੀ ਗੱਲ ਨਹੀਂ ਕਰਦੇ। ਉਹਦੇ 'ਤੇ ਮੈਂ ਆਪਣੀ ਰਿਸਰਚ ਸ਼ੁਰੂ ਕੀਤੀ ਸੀ। ਪਿੰਡਾਂ ਦੇ 51 ਪਿੰਡਾਂ ਦਾ ਸਰਵੇ ਕੀਤਾ ਸੀਗਾ ਉਹ 1999-2000 ਦੇ ਵਿੱਚ। ਉਸ ਤੋਂ ਬਾਅਦ ਫਿਰ 6 ਪਿੰਡਾਂ ਦੀ ਦੁਬਾਰਾ ਸਟੱਡੀ ਕੀਤੀ। ਫਿਰ ਮੈਂ ਕਾਫੀ ਲਿਖਦਾ ਰਿਹਾ ਪੰਜਾਬ ਨੂੰ ਲੈ ਕੇ, ਪੰਜਾਬ ਦੀ ਕਾਸਟ ਨੂੰ ਲੈ ਕੇ, ਪੰਜਾਬ ਦੇ ਐਗਰੀਰੀਅਨ ਇਸ਼ੂਜ਼ ਨੂੰ ਲੈ ਕੇ, ਉੱਥੋਂ ਦੇ ਜਿਹੜੇ ਪਿੰਡ ਦੇ ਵਿੱਚ ਬਦਲਾਅ ਹੋ ਰਿਹਾ। ਇੱਕ ਤਾਂ ਹੁੰਦਾ ਕਿ ਲੋਕ ਸਿਰਫ ਇੰਡੈਟਿਡਨੈਸ ਲੈ ਕੇ ਅਤੇ ਸੁਈਸਾਈਡ ਦੀ ਗੱਲ ਕਰਦੇ ਹੈਗੇ, ਪਰ ਜਿਹੜਾ ਐਗਰੀਰੀਅਨ ਕ੍ਰਾਈਸਿਸ ਪੰਜਾਬ ਦਾ ਹੈਗਾ ਉਹ ਸਿਰਫ ਐਗਰੀਰੀਅਨ ਕ੍ਰਾਈਸਿਸ ਨਹੀਂ ਹੈਗਾ, ਉਹ ਪਿੰਡ ਦਾ ਕ੍ਰਾਈਸਿਸ ਵੀ ਹੈਗਾ। ਹੁਣ ਪਿੰਡ ਦਾ ਜਿਹੜਾ ਪਹਿਲਾ ਸਮਾਜ ਸੀਗਾ ਉਹ ਟੁੱਟ ਗਿਆ, ਕਿਉਂਕਿ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਗ੍ਰੀਨ ਰੈਵੋਲੂਸ਼ਨ ਦੇ ਨਾਲ ਕੀ ਹੁੰਦਾ ਕਿ ਲੋਕਾਂ ਦੀ ਜਿਹੜੇ ਲੋਕਲ ਕਮਿਊਨਿਟੀ ਸੀਗੀ ਉਹਨਾਂ ਦੇ ਆਪਣੇ ਜਿਹੜੇ ਰਿਲੇਸ਼ਨਸ਼ਿਪ ਸੀਗੇ, ਇਨਇਕੁਆਲਿਟੀ ਬਹੁਤ ਸੀਗੀ। ਉਦੋਂ ਜਿਹੜਾ ਵੀ ਦਲਿਤ ਸੀਗਾ ਉਹ ਪਿੰਡ ਤੋਂ ਬਾਹਰ ਰਹਿੰਦਾ ਸੀਗਾ, ਉਹ ਉਹਨਾਂ ਦਾ ਸੀਰੀ ਸਾਝੀ ਹੁੰਦਾ ਸੀਗਾ, ਗਰੀਬ ਵੀ ਹੁੰਦਾ ਸੀਗਾ, ਅਤੇ ਕਿਤੇ ਨਾ ਕਿਤੇ ਵਾਇਲੈਂਸ ਵੀ ਹੁੰਦੀ ਸੀਗੀ, ਪਰ ਫਿਰ ਵੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਜੋੜ ਸੀਗਾ, ਇੱਕ ਦੂਜੇ ਦੀ ਪਰਵਾਹ ਵੀ ਕਰਦੇ ਸੀਗੇ। ਜਦੋਂ ਪਿੰਡ ਦਾ ਇਸ਼ੂ ਹੁੰਦਾ ਸੀਗਾ ਸਾਰੇ ਇਕੱਠੇ ਹੋ ਜਾਂਦੇ ਸੀਗੇ। ਹੁਣ ਉਹ ਗ੍ਰੀਨ ਰੈਵੋਲੂਸ਼ਨ ਦੇ ਨਾਲ ਕੀ ਆਇਆ, ਲੋਕੀ ਓਬਸੈਸਡ ਹੋ ਗਏ ਆਪਣੀ ਪ੍ਰੋਡਕਟੀਵਿਟੀ ਦੇ ਨਾਲ, ਟਰੈਕਟਰ ਆ ਗਏ ਅਤੇ ਲੋਕਲ ਲੇਬਰ ਜਿਹੜੀ ਉਹਨਾਂ ਨੇ ਇੰਪਲੋਏ ਕਰਨੀ ਬੰਦ ਕਰਤੀ, ਕਿਉਂਕਿ ਉਹਨਾਂ ਨੇ ਡਿਮਾਂਡ ਕਰਨੀ ਹਾਂਜੀ ਤੁਹਾਡੀ ਇਨਕਮ ਵਧੀ ਹੈ ਸਾਨੂੰ ਵੀ ਦੇ ਦਿਓ। ਉਹ ਫਿਰ ਮਾਈਗਰੈਂਟ ਲੇਬਰ ਆਉਣੀ ਸ਼ੁਰੂ ਹੋ ਗਈ। ਉਹ ਮਾਈਗਰੈਂਟ ਲੇਬਰ ਆਉਣ ਦੇ ਨਾਲ ਹੋਰ ਵੀ ਜ਼ਿਆਦਾ ਉਹ ਪਿੰਡ ਦੇ ਵਿੱਚ ਜਿਹੜਾ ਡਿਸਟੈਂਸ ਸੀਗਾ ਉਹ ਵਖਾਵਾਂ ਵੱਧ ਗਿਆ, ਅਤੇ ਉਹਦੇ ਨਾਲ ਫਿਰ ਜਿਹੜੇ ਤੁਹਾਡੇ ਲੋਕਲ ਲੋਕ ਕੰਮ ਕਰਦੇ ਸੀਗੇ ਉਹਨਾਂ ਨੇ ਕੰਮ ਕਰਨੇ ਛੱਡ ਦਿੱਤੇ। ਪਿੰਡਾਂ ਜਿਹੜੇ ਖੇਤੀ ਤੋਂ ਇਲਾਵਾ ਬਾਕੀ ਜਿਹੜੇ ਕਾਸਟ ਰਿਲੇਟਿਡ ਕੰਮ ਸੀਗੇ ਉਹ ਲੋਕ ਸ਼ਹਿਰਾਂ 'ਚ ਚਲੇ ਗਏ, ਜਾਂ ਪਿੰਡ 'ਚ ਰਹਿਣਗੇ ਜਾ ਕੇ ਸ਼ਹਿਰ 'ਚ ਕੰਮ ਕਰਨਗੇ, ਖੇਤੀ ਦਾ ਕੰਮ ਵੀ ਅਵੋਇਡ ਕਰਨਗੇ। ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਪੰਜਾਬ ਦੇ ਪਿੰਡ ਦਾ ਇੱਕ ਕ੍ਰਾਈਸਿਸ ਆਉਂਦਾ ਉਸ ਤੋਂ ਬਾਅਦ, ਉਹ ਇੱਕ ਬੜੇ ਆਪਣੇ ਆਪ ਵਿੱਚ ਇੰਟਰਸਟਿੰਗ ਚੀਜ਼ ਹੈ। ਹੁਣ ਦਲਿਤ ਦੇ ਕੋਲ ਜਦੋਂ ਜ਼ਮੀਨ ਆ ਜਾਂਦੀ ਹੈ, ਜਿਵੇਂ ਤੁਹਾਡੇ ਦੁਆਬੇ ਦੇ ਵਿੱਚ ਰਾਮਦਾਸੀ ਹੈਗੇ, ਰਵਿਦਾਸੀ ਸਿੱਖ ਹੈਗੇ, ਇਹ ਸਾਰੇ ਫਿਰ ਆਪਣੇ ਵੱਖਰੇ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੰਦੇ ਆ। ਉਹਦਾ ਫਿਰ ਰਿਲੀਜੀਅਸ ਜਿਹੜੀ ਆਈਡੈਂਟੀਟੀ ਹੈ ਉਹਦੇ 'ਤੇ ਵੀ ਅਸਰ ਪੈਂਦਾ, ਅਤੇ ਉਹ ਕਾਸਟ ਇੱਕ ਬੜਾ ਅਹਿਮ ਇਸ਼ੂ ਹੈਗਾ ਪੰਜਾਬ ਦਾ। ਪਰ ਜੇ ਤੁਸੀਂ ਇੱਕਦਮ ਨੈਸ਼ਨਲ ਲੈਵਲ ਦਾ ਜਿਹੜਾ ਬਾਹਰ ਦਾ ਪਰਸਪੈਕਟਿਵ ਹੈ ਜਿਹੜਾ ਟੈਕਸਟ ਬੁੱਕ ਵਿੱਚ ਛਪਿਆ, ਉਹਨੂੰ ਲੈ ਕੇ ਤੁਸੀਂ ਪੰਜਾਬ ਦੀ ਦੇਖਣਾ ਸ਼ੁਰੂ ਕਰੋਗੇ। ਹੁਣ ਪੰਜਾਬ ਵਿੱਚ ਸਾਡੇ ਤਾਂ ਪੰਡਤ ਹੈ ਨਹੀਂ ਗੇ, ਉਸ ਤਰ੍ਹਾਂ ਦਾ ਪੰਡਤਵਾਦ ਵੀ ਨਹੀਂ ਹੈਗਾ ਬਹੁਤਾ ਜ਼ਿਆਦਾ, ਥੋੜ੍ਹੇ ਬਹੁਤਾ ਕਿਧਰੇ ਨਾ ਕਿਧਰੇ ਹੈਗਾ ਅਜੇ ਵੀ, ਪਰ ਓਵਰਆਲ ਜਿਹੜਾ ਹੈਗਾ ਹੁਣ ਸਿੱਖੀ ਦੇ ਵਿੱਚ ਜਦੋਂ ਕਾਸਟ ਦੀ ਗੱਲ ਕਰਨੀ ਹੈ ਤਾਂ ਉਹਨੂੰ ਲੋਕਲ ਕੌਂਟੈਕਸਟ ਵਿੱਚ ਗੱਲ ਕਰਨੀ ਪੈਣੀ ਹੈ। ਪਰ ਹੈਗੇ ਇਸ਼ੂਜ਼ ਹੈਗੇ, ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਸਮਟਾਈਮ ਬੜੇ ਡੈਲੀਕੇਟ ਇਸ਼ੂ ਵੀ ਹੁੰਦੇ ਆ। ਬਟ ਮੈਂ ਇੰਪੀਰੀਕਲ ਕੰਮ ਕਰਦਾ, ਲੋਕਾਂ ਨੂੰ ਪੁੱਛ ਕੇ ਪਤਾ ਕਰਦਾ, ਹਾਂ ਜੀ ਆਹ ਦੇਖੋ ਆਹ ਸਬੂਤ ਹੈ ਮੇਰੇ ਕੋਲ,
ਇਸ ਸਬੂਤ ਤੋਂ ਮੈਨੂੰ ਆਹ ਲੱਗ ਰਿਹਾ ਕਿ ਇਹ ਤੁਹਾਡੇ ਅਜੇ ਵੀ ਵਿਤਕਰਾ ਹੈਗਾ, ਅਜੇ ਵੀ ਤੁਹਾਡੇ ਡਿਸਕ੍ਰਿਮੀਨੇਸ਼ਨ ਹੈਗੀ, ਅਜੇ ਵੀ ਤੁਹਾਡੇ ਵੱਖਰੋ ਵੱਖ ਜਿਹੜੇ ਹੈਗੇ ਤੁਹਾਡੇ ਆਪਣੇ ਬਾਉਂਡਰੀਜ਼ ਬਣਾ ਕੇ ਰੱਖਿਆ ਤੁਹਾਡੇ ਉੱਥੇ। ਈਵਨ ਜਿਹੜੇ ਕੀ ਨਾ ਆਪਣਾ ਰਾਮਗੜੀਏ ਸਿੱਖ ਹੈਗੇ ਬਾਹਰ ਵੀ ਜਾ ਕੇ ਉਹ ਆਪਣੇ ਵੱਖਰੇ ਗੁਰਦੁਆਰੇ ਬਣਾਉਂਦੇ ਹੈਗੇ, ਅਤੇ ਸ਼ਹਿਰਾਂ ਦੇ ਵਿੱਚ ਵੀ ਮਤਲਬ ਉਹਨਾਂ ਦੇ ਗੁਰਦੁਆਰੇ ਵੱਖਰੇ ਹੋਣਗੇ। ਜਿਹੜੇ ਪਿੰਡ ਦੇ ਵਿੱਚ ਜਿਹੜਾ ਹੈਗਾ ਡੋਮੀਨੈਂਟ ਕਾਸਟ ਹੈ ਜੱਟ ਸਿੱਖ ਦਾ ਗੁਰਦੁਆਰਾ ਆਪਣਾ ਹੋਏਗਾ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਲੈ ਕੇ ਗੱਲ ਕਰਨੀ ਜ਼ਰੂਰੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਹਾਂ ਵੀ ਇਹ ਵਖੇਵੇਂ ਹੈਗੇ ਅਤੇ ਇਹ ਸਿੱਖੀ ਦੇ ਅਗੇਂਸਟ ਹੈਗੇ। ਸਿੱਖੀ ਬਿਲਕੁਲ ਇਸ ਦਾ ਉਲਟਾ ਸੀਗਾ। ਸਿੱਖੀ ਤਾਂ ਚਾਹੁੰਦੇ ਸੀ ਸਾਰਿਆਂ ਨੂੰ ਮੋਹ ਕਰੋ, ਪਿਆਰ ਕਰੋ, ਇਕੱਠੇ ਰਹੋ, ਭਾਈਚਾਰਾ ਤੁਹਾਡਾ ਹੋਏ, ਸਾਰੇ ਬਰਾਬਰ ਹੈਗੇ। ਅਤੇ ਉਹ ਚੀਜ਼ ਕਿਉਂਕਿ ਸਾਡੇ ਸਮਾਜ ਦਾ ਇੱਕ ਆਪਣਾ ਢਾਂਚਾ ਹੈਗਾ, ਉਹ ਕੋਈ ਇਹ ਨਹੀਂ ਕਹਾ ਕਿ ਉਹਦੇ ਵਾਸਤੇ ਸਿੱਖੀ ਰਿਸਪੋਂਸੀਬਲ ਹੈਗੀ, ਉਹਦੀ ਰਿਸਪੋਂਸੀਬਲ ਹੈਗਾ ਜਿਹੜਾ ਸਮਾਜ ਦਾ ਢਾਂਚਾ ਹੈਗਾ। ਜੇ ਤੁਸੀਂ ਸਿਰਫ ਰਿਲੀਜੀਅਸ ਆਈਡੀਓਲੋਜੀ ਦੀ ਗੱਲ ਕਰੋਗੇ, ਢਾਂਚੇ ਦੀ ਗੱਲ ਨਹੀਂ ਕਰੋਗੇ, ਤਾਂ ਫਿਰ ਉਹ ਤੁਹਾਨੂੰ ਨੈਚੁਰਲੀ ਉਹ ਇਸ਼ੂਜ਼ ਯੂ ਵੋਂਟ ਬੀ ਏਬਲ ਟੂ ਪਿਕ ਅਪ। ਸੋ ਇਹ ਸਾਰੇ ਇਸ਼ੂਜ਼ 'ਤੇ ਮੈਂ ਕੰਮ ਕਰਦਾ ਰਹਿੰਦਾ। ਅਤੇ ਹੁਣ ਮੇਰਾ ਜਿਹੜਾ ਲੇਟੈਸਟ ਕੰਮ ਹੈ, ਕਿਤਾਬ ਆ ਰਹੀ ਹੈ ਮੇਰੀ ਪਿੰਡ ਦਾ ਬਦਲਦਾ ਸਵਰੂਪ। ਹੁਣ ਮੈਂ ਪਿੱਛੇ ਇੱਕ ਹੈ ਤਾਂ ਅੰਗਰੇਜ਼ੀ 'ਚੋਂ 2 ਹਫ਼ਤੇ ਪਹਿਲੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਵੀ ਲੈਕਚਰ ਦਿੱਤਾ ਸੀਗਾ ਪਿੰਡ ਅਤੇ ਸ਼ਹਿਰ 'ਤੇ, ਕਿਵੇਂ ਪਿੰਡ ਅਤੇ ਸ਼ਹਿਰ ਦੇ ਜਿਹੜੇ ਨਾ ਕੈਟੇਗਰੀਜ਼ ਨੂੰ ਬਣਾ ਕੇ ਫਿਰ ਉਹ ਜਿਹੜਾ ਸ਼ਹਿਰੀ ਮਿਡਲ ਕਲਾਸ ਉਹ ਪਿੰਡ ਨੂੰ ਪੇਂਡੂ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਉਹਨਾਂ 'ਤੇ ਇੱਕ ਡੋਮੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਅਤੇ ਇਹ ਚੀਜ਼ਾਂ ਚੀਜ਼ਾਂ 'ਤੇ ਮੈਂ ਲਿਖਦਾ ਰਹਿੰਦਾ। ਹੋਰ ਵੀ ਕਈ ਚੀਜ਼ਾਂ ਕਾਸਟ 'ਤੇ ਵੀ ਕੰਮ ਮੇਰਾ ਆ ਰਿਹਾ, ਪਹਿਲੇ ਵੀ 4-5 ਕਿਤਾਬਾਂ ਛਾਪੀਆਂ ਮੈਂ। ਅਤੇ ਸਰ ਜਿਹੜਾ ਬੜਾ ਇੰਪੋਰਟੈਂਟ ਚੀਜ਼ ਤੁਸੀਂ ਡਿਸਕਸ ਕਰੀ ਹੈ ਕਾਸਟ ਸਿਸਟਮ ਦੀ, ਅਤੇ ਅੱਜ ਬੜੇ ਸਾਰੀ ਜਗ੍ਹਾ 'ਤੇ ਉੱਥੇ ਕੁਐਸਚਨ ਉੱਠਦਾ ਹੈ ਕਿ ਬਈ ਧਰਮ ਕਨਵਰਜਨ ਦਾ ਪੰਜਾਬ ਦੇ ਵਿੱਚ, ਅਤੇ ਬੜੀ ਸਾਰੀ ਜਗ੍ਹਾ ਇਹ ਵੀ ਇਲਜ਼ਾਮ ਆਉਂਦਾ ਕਿ ਬਈ ਧਰਮ ਪ੍ਰਚਾਰ ਜਾਂ ਪ੍ਰਸਾਰ ਸਹੀ ਤਰੀਕੇ ਦੇ ਨਹੀਂ ਹੋ ਰਿਹਾ। ਬਟ ਸਵਾਲ ਹੈ ਕਿ ਜਦ ਸਾਡਾ ਧਰਮ ਚਲਿਆ ਹੀ ਉਸ ਜਗ੍ਹਾ ਤੋਂ ਹੈ ਅਤੇ ਉੱਥੇ ਤਾਂ ਧਰਮ ਪ੍ਰਚਾਰ ਪ੍ਰਸਾਰ ਦੀ ਲੋੜ ਹੀ ਨਹੀਂ ਹੈ। ਬਟ ਬਹੁਤ ਇੰਪੋਰਟੈਂਟ ਫੈਕਟਰ ਜੋ ਅਸੀਂ ਵੀ ਪਿਛਲੇ 2 ਸਾਲ ਤੋਂ ਸਟੱਡੀ ਕਰਕੇ ਦੇਖਿਆ ਹੈ, ਉਹ ਸਭ ਤੋਂ ਪਹਿਲਾਂ ਤਾਂ ਹੈਗਾ ਕਾਸਟ ਸਿਸਟਮ। ਬੜੇ ਸਾਰੇ ਲੋਕਾਂ ਨੂੰ ਅਪਰ ਕਾਸਟ ਦੀ ਡੋਮੀਨੈਂਸ ਦੀ ਵਜ੍ਹਾ ਨਾਲ ਇਨ ਡੇਰਿਆਂ ਦੇ ਵਾ ਜਾਂ ਇਨ ਧਰਮ ਕਨਵਰਜਨ ਦੇ ਵਰਕੀ ਜਾਣਾ ਪੈਂਦਾ ਹੈ। ਔਰ ਦੂਜਾ ਬੜਾ ਜਿਹੜਾ ਹੈਗਾ ਕਾਰਨ ਉਹ ਹੈ ਸੋਸ਼ੋ ਇਕਨੋਮਿਕ ਡਿਸਪੈਰਿਟੀ। ਬਿਲਕੁਲ। ਅਤੇ ਜਦ ਅਗਰ ਕਿਸੇ ਦੇ ਘਰ ਦੇ ਵਿੱਚ ਕੋਈ ਸ਼ਾਦੀ ਹੁੰਦੀ ਹੈ ਤਦ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ, ਕਿਸੇ ਦੀ ਅਗਰ ਮੱਝ ਨਹੀਂ ਹੈ ਉਹਨਾਂ ਨੂੰ ਪੈਸਾ ਚਾਹੀਦਾ ਤਦ ਨਹੀਂ ਮਿਲਦਾ, ਬੱਚਿਆਂ ਦੀ ਪੜ੍ਹਾਈ ਦਾ ਇਸ਼ੂ। ਤਾਂ ਜਿਹੜੇ ਇਹ ਸੋਸ਼ਲ ਇਸ਼ੂਜ਼ ਹੈ, ਇਹ ਇਸ਼ੂ ਚਾਹੇ ਸਾਡੀ ਰਿਲੀਜੀਅਸ ਲੀਡਰਸ਼ਿਪ ਹੋਏ ਜਾਂ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਹੋਏ ਜਾਂ ਪੋਲੀਟੀਕਲ ਲੀਡਰਸ਼ਿਪ ਹੋਏ, ਇਹ ਉਹ ਕੇਟਰ ਨਹੀਂ ਕਰ ਪਾਏ। ਇਸੀ ਵਜ੍ਹਾ ਦੇ ਨਾਲ ਧਰਮ ਕਨਵਰਜਨ ਇਸ ਤਰਫ ਜਾ ਰਿਹਾ। ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਬਿਲਕੁਲ, ਆਈ ਕੰਪਲੀਟਲੀ ਐਗਰੀ ਵਿਦ ਯੂ। ਮੈਂ ਵੀ ਉੱਥੇ ਸਟੱਡੀ ਕੀਤੀ ਸੀਗੀ, ਉੱਥੇ ਜਾ ਕੇ ਦੇਖਿਆ ਸੀਗਾ ਕੋਈ ਲੋਕਾਂ ਨੂੰ ਬਹੁਤੀ ਚਾਹ ਨਹੀਂ ਹੈਗੀ ਸਿੱਖੀ ਛੱਡਣ ਦੀ ਜਾਂ ਕੋਈ ਉੱਥੇ ਜਾਣ ਦੀ, ਲੇਕਿਨ ਉਹਨਾਂ ਦੇ ਜਿਵੇਂ ਕਿਹਾ ਤੁਸੀਂ ਇਮੀਡੀਏਟ ਨੀਡਸ ਹੈਗੀਆਂ ਅਤੇ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ। ਪਿੰਡ ਦੇ ਵਿੱਚ ਬੈਠੇ ਹੋ ਤੁਸੀਂ, ਤੁਹਾਨੂੰ ਅਜੇ ਵੀ ਜੇ ਤੁਸੀਂ ਦਲਿਤ ਹੋ, ਦਲਿਤ ਸਮਾਜ ਦੇ ਹੋ, ਉਸੇ ਤਰ੍ਹਾਂ ਟਰੀਟ ਕੀਤਾ ਜਾਂਦਾ ਤੁਹਾਨੂੰ। ਈਵਨ ਜੋ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਸੀ ਕਿ ਹਾਂ ਜੀ ਸਾਡੇ ਖਤਮ ਹੋ ਗਿਆ ਸੀ, ਸਾਡਾ ਜਿਹੜਾ ਦਲਿਤ ਭਾਈਚਾਰਾ ਸਾਡੇ ਨਾਲ ਚੱਲ ਰਿਹਾ ਸੀਗਾ, ਉਦੋਂ ਚੱਲ ਰਿਹਾ ਸੀਗਾ, ਇਹਨਾਂ ਨੂੰ ਵੀ ਚੰਗਾ ਲੱਗਿਆ, ਚਲੋ ਜੀ ਠੀਕ ਹੈ, ਸਾਡੀ ਵੀ ਥੋੜ੍ਹੀ ਔਕਾਤ ਬਣੀ ਹੈਗੀ। ਪਰ ਜਦੋਂ ਵਾਪਸ ਪਿੰਡਾਂ ਜਾਂਦੇ ਆ ਤਾਂ ਉਹ ਵਖੇਵੇਂ ਫਿਰ ਉਵੇਂ ਦੇ ਉਵੇਂ ਹੈਗੇ। ਉਹ ਤੁਸੀਂ ਉਹਨਾਂ ਨੂੰ ਮਤਲਬ ਸਮਝਦੇ ਹੀ ਨਹੀਂ ਕਿ ਹਾਂ ਵੀ ਇਹ ਸਾਡੇ ਬਰਾਬਰ ਹੋ ਸਕਦੇ ਆ ਕਿਸੇ ਤਰੀਕੇ ਦੇ ਨਾਲ। ਅਤੇ ਨੈਚੁਰਲੀ ਜਿਵੇਂ ਤੁਸੀਂ ਕਿਹਾ ਉਹਨਾਂ ਦੀਆਂ ਨੀਡਸ ਹੈਗੀਆਂ, ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਆਰਥਿਕ ਮਾਰਜਨਲਾਈਜੇਸ਼ਨ ਵੱਧ ਰਹੀ ਹੈ ਪਹਿਲੇ ਨਾਲੋਂ, ਕਿਉਂਕਿ ਪਹਿਲੇ ਨੌਕਰੀਆਂ ਹੁੰਦੀਆਂ ਸੀਗੀਆਂ, ਉਹ ਨੌਕਰੀਆਂ ਨਹੀਂ ਰਹੀਆਂ। ਪਿੰਡ ਦੇ ਵਿੱਚ ਵੀ ਕੰਮ ਜਿਹੜਾ ਸਾਰਾ ਮਸ਼ੀਨਾਂ ਦੇ ਨਾਲ ਹੁੰਦਾ ਹੈਗਾ, ਅਤੇ ਉਹ ਇਨਕਮ ਕਿੱਥੋਂ ਆਏਗੀ? ਸ਼ਹਿਰਾਂ ਦਾ ਵੀ ਜਿਹੜਾ ਵਿਕਾਸ ਹੈ ਹੁਣ ਹਰਿਆਣਾ ਪੰਜਾਬ ਦਾ ਦੇਖੋ ਤੁਸੀਂ ਓਵਰਆਲ 1990s अर्ਲੀ 90s ਤੱਕ ਪੰਜਾਬ ਵਾਜ਼ ਦਾ ਮੋਸਟ ਪ੍ਰੋਸਪਰਸ ਸਟੇਟ ਆਫ ਦ ਕੰਟਰੀ ਇਨ ਟਰਮਸ ਆਫ ਪਰ ਕੈਪੀਟਾ ਇਨਕਮ। ਪੰਜਾਬ ਦੇ ਵਿੱਚ ਐਵਰੇਜ ਇਨਕਮ ਜਿਹੜੀ ਇੱਕ ਆਦਮੀ ਦੀ ਸੀਗੀ ਉਹ ਸਾਰੇ ਇੰਡੀਆ ਤੋਂ ਉੱਪਰ ਸੀਗੀ। ਹੁਣ ਪੰਜਾਬ 10ਵੇਂ ਜਾਂ 11ਵੇਂ ਨੰਬਰ 'ਤੇ ਹੁੰਦਾ ਹੈਗਾ, ਮਿਡਲਿੰਗ ਇਨਕਮ ਆ ਗਈ। ਇਹਦਾ ਮਤਲਬ ਉੱਥੇ ਨਵੀਂ ਜਨਰੇਟ ਨਹੀਂ ਹੋਈ ਇਨਕਮ, ਅਤੇ ਜਦੋਂ ਵੀ ਤੁਹਾਡਾ ਇਕਨੋਮਿਕ ਸਟੈਗਨੇਸ਼ਨ ਹੋਏਗੀ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਗਰੀਬ ਬੰਦੇ ਨੂੰ ਹੋਏਗਾ। ਅਮੀਰ ਬੰਦੇ ਦੇ ਕੋਲ ਫਿਰ ਵੀ ਆਪਣੇ ਰਿਸੋਰਸਿਸ ਹੁੰਦੇ ਹੈਗੇ, ਜੋ ਕੁਛ ਵੀ ਨਹੀਂ ਕਰੋ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਨਾਲੇ ਉਹ ਨਿਕਲ ਜਾਣਗੇ, ਡਾਈਵਰਸੀਫਾਈ ਕਰ ਲੈਣਗੇ। ਪੰਜਾਬ ਦੀ ਜਿਹੜੀ ਕੈਪੀਟਲ ਸੀਗੀ ਦੇਖੋ ਜੀ 1990s ਦੇ ਵਿੱਚ ਜਦੋਂ ਤੁਹਾਡੇ ਇੱਥੇ ਮਿਲੀਟੈਂਟ ਮੂਵਮੈਂਟ ਨਿਕਲਦਾ, ਸਾਰੇ ਜਿਹੜੇ ਮੁੰਜਾਲਸ ਹੈਗੇ, ਮਹਿੰਦਰਾ ਵੀ ਪੰਜਾਬ ਤੋਂ ਹੀ ਹੈਗਾ, ਕਾਫੀ ਸਾਰੇ ਵੱਡੀ ਸਾਰੀ ਕੈਪੀਟਲ ਜਿਹੜੀ ਸਾਡੀ ਰਿਸੋਰਸਿਸ ਸੀਗੇ ਉਹ ਬਾਹਰ ਚਲੇ ਜਾਂਦੇ। ਰੌਣਕ ਸਿੰਘ ਹੈਗਾ, ਉਹਦੇ ਵੀ ਫੈਕਟਰੀਆਂ ਬਾਹਰ ਹੈਗੀਆਂ। ਮਤਲਬ ਈਵਨ ਜਿਹੜੇ ਤੁਹਾਡੇ ਡਾਇਸਪੋਰਿਕ ਬੈਠੇ ਆ ਉਹ ਵੀ ਕਹਿੰਦੇ ਨਹੀਂ ਜੀ ਪੰਜਾਬ ਵਿੱਚ ਆਉਣਾ ਔਖਾ ਹੈਗਾ, ਕਿਉਂਕਿ ਪੰਜਾਬ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈਗੀ, ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੀ ਜਿਹੜੀ ਰਹੀ ਹੈਗੀ ਉਹ ਪੋਲੀਟੀਕਲ ਲੀਡਰਸ਼ਿਪ ਸੈਲਫ ਸਰਵਿੰਗ ਹੋ ਗਈ। ਤੁਹਾਡੀ ਰਿਲੀਜੀਅਸ ਲੀਡਰਸ਼ਿਪ ਵੀ ਸੈਲਫ ਸਰਵਿੰਗ ਹੋ ਗਈ। ਉਹਨਾਂ ਨੂੰ ਸਿਰਫ ਆਪਣੀਆਂ ਤਿਜੋਰੀਆਂ ਭਰਨ, ਆਪਣੀ ਪ੍ਰਾਪਰਟੀਆਂ ਬਣਾਉਣ, ਆਪਣੇ ਚੌਧਰ ਵਧਾਉਣ ਦੀ ਹੈਗੀ ਚਿੰਤਾ। ਉਹ ਕੋਈ ਲਾਰਜਰ ਇੱਕ ਜਿਹੜਾ ਨੈਰੇਟਿਵ ਹੈਗਾ ਕਮਿਊਨਿਟੀ ਜਾਂ ਰੀਜਨ ਨੂੰ ਲੈ ਕੇ ਨਾਲ ਚੱਲਣਾ, ਉਹਨਾਂ ਦੇ ਵਿਕਾਸ ਵਿੱਚ ਤੁਹਾਡਾ ਵਿਕਾਸ ਹੈਗਾ। ਈਵਨ ਤੁਸੀਂ ਇਕਨੋਮਿਕ ਤਰੀਕੇ ਨਾਲ ਵੀ ਦੇਖੋਗੇ, ਤੁਹਾਡਾ ਜੇ ਕੰਜ਼ਿਊਮਰ ਬੇਸ ਵਧੇਗਾ, ਤੁਹਾਡੇ ਆਮ ਆਦਮੀ ਦੀ ਜੇਬ ਵਿੱਚ ਇਨਕਮ ਹੋਏਗੀ, ਉਹ ਕਰ ਸਕਦੇ ਹੋ। ਇਹ ਮੁਸ਼ਕਲ ਨਹੀਂ ਹੈਗਾ
ਕਿਉਂਕਿ ਜੇ ਤੁਸੀਂ ਆਪਣੀ ਇਕਨੋਮੀ ਨੂੰ ਐਕਸਪੈਂਡ ਕਰੋਗੇ, ਐਮਪਲੋਇਮੈਂਟ ਜਨਰੇਸ਼ਨ ਹੋਏਗੀ ਤਾਂ ਨੈਚੁਰਲੀ ਲੋਕਾਂ ਦੇ ਫਿਰ ਆਪਣੇ ਕੰਜ਼ੰਪਸ਼ਨ ਡਿਮਾਂਡਸ ਵਧਣਗੀਆਂ। ਤੁਸੀਂ ਤਾਂ ਫਾਈਨਾਂਸ ਦਾ ਕੰਮ ਕਰਦੇ, ਇਕੋਨੋਮਿਸਟ ਹੋ, ਉਹਦੇ ਮਲਟੀਪਲਾਇਰ ਜਿਹੜੇ ਇਫੈਕਟਸ ਹੁੰਦੇ ਆ, ਇਵੇਂ ਡਿਵੈਲਪਮੈਂਟ ਹੁੰਦੀਆਂ ਨਾ ਜਿਹੜੀਆਂ ਦੁਨੀਆ। ਹੁਣ ਤੁਸੀਂ ਕੋਰੀਆ ਚਲੇ ਜਾਓ, ਸਾਊਥ ਕੋਰੀਆ 1960s ਦੇ ਵਿੱਚ ਇੰਡੀਆ ਦੇ ਬਰਾਬਰ ਹੀ ਸੀਗਾ ਉਹਦੀ ਇਨਕਮ, ਰਾਈਟ। 1980s ਦੇ ਵਿੱਚ ਚਾਈਨਾ ਦੀ ਜਿਹੜੀ ਐਵਰੇਜ ਇਨਕਮ ਇੰਡੀਆ ਦੇ ਬਰਾਬਰ ਸੀਗੀ, ਜਿਹੜੀ ਪਾਵਰਟੀ ਲੈਵਲ ਹੈਗੇ। ਹੁਣ ਦੇਖੋ 20-25 ਸਾਲ ਦੇ ਵਿੱਚ ਚਾਈਨਾ ਕਿੱਥੇ ਪਹੁੰਚ ਗਿਆ। ਸਾਊਥ ਕੋਰੀਆ ਹੁਣ ਕੰਪੇਰੇਬਲ ਹੈ ਵਿਦ ਦ ਡਿਵੈਲਪਡ ਕੰਟਰੀਜ਼, ਕਿਉਂਕਿ ਲੀਡਰਸ਼ਿਪ ਨੇ ਇੱਕ ਡਾਇਰੈਕਸ਼ਨ ਦਿੱਤੀ। ਤੇ ਉਹ ਮਤਲਬ ਇੱਥੇ ਜਿਹੜਾ ਹੈਗਾ ਤੁਸੀਂ ਆਪਣਾ ਇੰਡੀਵਿਜੂਅਲਸ ਉਹ ਬਿਲੀਅਨੀਅਰ ਬਣ ਜਾਣਗੇ, ਉਹਦੇ ਤੁਹਾਡਾ ਕੰਪੀਟੀਸ਼ਨ ਤੇ ਹੈਗਾ। ਪਰ ਕਿਹੜਾ ਤੁਹਾਡਾ ਇਨਫਰਾਸਟ੍ਰਕਚਰ ਹੈਗਾ, ਸਮਾਜ ਦਾ ਜਿਹੜਾ ਇੱਕ ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਇਸੇ ਵਾਸਤੇ ਕਾਸਟ 'ਤੇ ਕੰਮ ਕਰਨਾ ਜ਼ਰੂਰੀ ਹੈਗਾ, ਕਿਉਂਕਿ ਉਹ ਕਾਸਟ ਪ੍ਰੈਜੁਡਿਸ ਹੈਗਾ। ਸਾਡੇ ਜੈਂਡਰ ਨੂੰ ਵੀ ਬੜਾ ਮੇਜਰ ਇਸ਼ੂ ਹੈਗਾ ਸਾਡੇ ਪੰਜਾਬ ਵਿੱਚ। ਕਹਿੰਦੇ ਤਾਂ ਹੈ ਜੀ ਸਾਡੇ ਤੇ ਬਾਬੇ ਨਾਨਕ ਨੇ ਸਭ ਕੁਝ ਠੀਕ ਕਰਤਾ ਸੀਗਾ। ਬਾਬੇ ਨਾਨਕ ਨੇ ਤਾਂ ਬੜਾ ਜ਼ੋਰ ਲਗਾਇਆ। ਹੁਣ ਤੁਸੀਂ ਬਾਬੇ ਨਾਨਕ ਦੀ ਤੁਕ ਤਾਂ ਪੜ੍ਹ ਦਿੰਦੇ ਹੋ, ਪਰ ਉਸ ਤੋਂ ਬਾਅਦ ਹੁਣ ਦਰਬਾਰ ਸਾਹਿਬ ਦੇ ਵਿੱਚ ਅਜੇ ਤੱਕ ਵੀ ਤੁਸੀਂ ਔਰਤਾਂ ਨੂੰ ਕੀਰਤਨ ਨਹੀਂ ਕਰਨ ਦਿੰਦੇ। ਇਹ ਤਾਂ ਕਿੱਥੇ ਗੁਰਬਾਣੀ 'ਚ ਨਹੀਂ ਲਿਖਿਆ ਗਿਆ, ਕਿੱਥੇ ਕਿਸੇ ਬਾਬੇ ਨੇ ਕਿਹਾ ਸੀਗਾ ਜੀ ਔਰਤਾਂ ਉੱਥੇ ਕੀਰਤਨ ਨਹੀਂ ਕਰ ਸਕਦੀਆਂ। ਉਹਨਾਂ ਨੇ ਤਾਂ ਗੱਲ ਹੀ ਖਤਮ ਕਰਤੀ ਸੀਗੀ। ਮਤਲਬ ਬਿਲਕੁਲ ਉਸੇ ਚੀਜ਼ਾਂ 'ਤੇ ਹੀ ਗੱਲ ਕਰ ਰਹੇ ਸੀਗੇ। ਅਤੇ ਇਹ ਚੀਜ਼ਾਂ ਨੂੰ ਗੱਲ ਕਰਨਾ ਉਹਨਾਂ ਨੂੰ ਥੋੜ੍ਹਾ ਜਿਹਾ ਮਹਿਸੂਸ ਕਰਾਉਣਾ ਕਿ ਸਾਨੂੰ ਪਤਾ ਜੀ ਜਿਹੜਾ ਤੁਸੀਂ ਕਰ ਰਹੇ ਹੋ। ਆਈ ਥਿੰਕ ਦ ਕਾਈਂਡ ਆਫ ਵਰਕ ਦੈਟ ਯੂ ਆਰ ਡੂਇੰਗ ਇਜ਼ ਵੈਰੀ ਗੁੱਡ। ਕਰਨਾ ਚਾਹੁੰਦਾ ਕਿ ਅਸੀਂ ਸ਼੍ਰੀਲੰਕਨ ਕ੍ਰਾਈਸਿਸ ਦੇਖੀ, ਹੁਣ ਬੰਗਲਾਦੇਸ਼, ਪਾਕਿਸਤਾਨ, ਸਾਰੀ ਜਗ੍ਹਾ ਤੇ ਡੈਟ ਕ੍ਰਾਈਸਿਸ ਚੱਲ ਰਹੀ ਹੈ। ਬਟ ਅਗਰ ਦੇਖੀਏ ਅਸੀਂ ਕਿ ਯੂਐਸ ਦੇ ਕੋਲ ਵੀ ਕਾਫੀ ਡੈਟ ਹੈ, ਬਟ ਉਹਦੇ ਬਾਅਦ ਡੈਟ ਹੋਣ ਦੇ ਬਾਅਦ ਵੀ ਉਹ ਡਿਵੈਲਪਡ ਹੈ। ਚਾਈਨਾ ਦੇ ਕੋਲ ਵੀ ਡੈਟ ਹੈ ਪਰ ਉਹ ਡਿਵੈਲਪਡ ਹੈ। ਔਰ ਅਗਰ ਸਿਮਿਲਰ ਕੰਡੀਸ਼ਨ ਅਸੀਂ ਪੰਜਾਬ ਦੀ ਦੇਖੀਏ ਕਿ ਜਿਹੜੀ ਪਰਮਿਸਿਬਲ ਲਿਮਿਟ ਹੈ 38.5 ਦੀ, ਔਰ ਇਹ ਬਜਾਏ 51% ਡੈਟ ਹੈ ਪੰਜਾਬ ਦੀ ਸਟੇਟ ਗਵਰਨਮੈਂਟ ਦੇ ਕੋਲ ਐਜ਼ ਅ ਪਰਸੈਂਟੇਜ ਆਫ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ। ਬਟ ਜਿਹੜਾ ਹੈ ਪੈਸਾ ਡੈਟ ਦੇ ਉੱਤੇ ਆਇਆ, ਇਹ ਕਦੀ ਵੀ ਕੈਪੈਕਸ ਦੇ ਉੱਤੇ ਜਾਂ ਨਈ ਪ੍ਰੋਡਕਸ਼ਨ ਦੇ ਉੱਤੇ ਜਾਂ ਨਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਉੱਤੇ ਨਹੀਂ ਆਇਆ। ਅਤੇ ਪੈਸਾ ਗਿਆ ਕਿੱਥੇ? ਐਂਡ ਦੂਜੀ ਗੱਲ ਹੈ ਕਿ ਹੁਣ ਡੈਟ ਸਰਵਿਸਿੰਗ ਦੇ ਲਈ ਡੈਟ ਲਿਆ ਜਾ ਰਿਹਾ, ਅਤੇ ਜਿਹੜਾ ਵੀ ਪੈਸਾ ਹੈ ਸਟੇਟ ਗਵਰਨਮੈਂਟ ਹਰ ਸਾਲ ਇਕੱਠਾ ਕਰਦੀ ਹੈ ਰੈਵਨਿਊ ਦੇ ਤਹਿਤ, ਅਤੇ ਉਹ ਵੀ ਸਾਰਾ ਉਹਦੀ ਡੈਟ ਰੀਪੇਮੈਂਟ ਅਤੇ ਜਿਹੜੀ ਓਬਲੀਗੇਟਰੀ ਪੈਨਸ਼ਨਸ, ਗਵਰਨਮੈਂਟ ਸੈਲਰੀਜ਼ ਹੈ ਉੱਥੇ ਹੀ ਜਾਂਦਾ। ਅਤੇ ਇਹ ਕੀ ਕਾਰਨ ਹੈ ਇਤਨਾ ਬੜਾ ਮਿਸਮੈਚ? For 20 years it has happened in Punjab and still no one has questioned anyone. ਨਹੀਂ ਲੋਕਾਂ ਨੂੰ ਪਤਾ ਹੈਗਾ, ਲੋਕਾਂ ਦੇ ਫਰਕ ਵੀ ਪੈ ਰਿਹਾ। ਤੁਹਾਡਾ ਜਿਹੜਾ ਸਰਪਲਸ ਇਨਕਮ ਹੋਇਆ, ਜਿਹੜਾ ਰੂਰਲ ਡਿਵੈਲਪਮੈਂਟ 'ਤੇ ਜਾਣਾ ਸੀਗਾ ਜਾਂ ਗਰੀਬਾਂ ਦੇ ਵੈਲਫੇਅਰ 'ਤੇ ਜਾਣਾ ਸੀਗਾ, ਉਹ ਹੈ ਹੀ ਨਹੀਂ, ਤੁਹਾਡੇ ਕੋਲ ਪੈਸੇ ਨਹੀਂ ਬਚਦੇ। ਅਤੇ ਮੇਨ ਪ੍ਰੋਬਲਮ ਉੱਥੇ ਆ ਕੇ ਖੜੀ ਹੋ ਜਾਂਦੀ। ਜਿਹੜੀ ਤੁਹਾਡੀ ਲੀਡਰਸ਼ਿਪ ਹੈਗੀ ਉਹ ਇੰਨੀ ਜ਼ਿਆਦਾ ਸੈਲਫ ਐਬਜ਼ੋਰਬਡ ਹੈਗੀ, ਸੈਲਫ ਸਰਵਿੰਗ ਹੈਗੀ। ਉਹਨਾਂ ਦੇ ਧੰਦੇ ਠੀਕ ਚੱਲ ਰਿਹਾ, ਉਹਨਾਂ ਦਾ ਕੰਮ ਠੀਕ ਚੱਲ ਰਿਹਾ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਦੂਜੀ ਸਾਈਡ 'ਤੇ ਚਲਾ ਜਾਏਗਾ, ਥੋੜ੍ਹਾ ਬਹੁਤ ਇੱਧਰੋਂ ਲੈ ਕੇ ਕੋਈ ਸੜਕਾਂ ਬਣਾ ਦੇਣਗੇ, ਉਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਹਾਂਜੀ ਸਾਡੀ ਪੋਪੂਲੈਰਿਟੀ ਬਣੀ ਰਹੇਗੀ। ਹੁਣ ਆਹ ਦੇਖੋ ਜੀ ਨਵੀਂ ਗਵਰਨਮੈਂਟ ਆਈ, ਲੋਕਾਂ ਨੂੰ ਬੜੀ ਉਮੀਦਾਂ ਸੀਗੀਆਂ, ਅਜੇ ਵੀ ਹੈਗੀਆਂ ਉਮੀਦਾਂ ਲੋਕਾਂ ਨੂੰ। ਕਿੰਨਾ ਪੈਸਾ ਇਹ ਵੇਸਟ ਕਰ ਰਿਹਾ ਐਡਵਰਟਾਈਜ਼ਾਂ 'ਤੇ। ਇੱਥੇ ਪੂਰੇ ਦਿੱਲੀ ਬੈਠਿਆਂ ਜੀ 3 ਅਖਬਾਰਾਂ 'ਤੇ ਫਰੰਟ ਪੇਜ 'ਤੇ ਜਦੋਂ ਗੁਜਰਾਤ ਦੇ ਇਲੈਕਸ਼ਨ ਚੱਲ ਰਹੇ ਸੀਗੇ, ਉਹ ਕੋਵਿੰਦ ਦੱਸ ਰਹੇ ਸੀ ਇਵਨ ਗੁਜਰਾਤੀ ਨਿਊਜ਼ਪੇਪਰ ਦੇ ਵਿੱਚ ਪੰਜਾਬ ਦੀਆਂ ਐਡਵਰਟਾਈਜ਼ਮੈਂਟਾਂ ਚੱਲ ਰਹੀਆਂ। ਉਹ ਪੈਸਾ ਕਿੱਥੋਂ ਆ ਰਿਹਾ, ਕਿਹਦੀ ਜੇਬ ਤੋਂ ਆ ਰਿਹਾ? ਉਹ ਪੰਜਾਬ ਦੇ ਜਿਹੜੇ ਆਮ ਲੋਕ ਟੈਕਸ ਪੇਅਰ ਹੈਗਾ, ਉਹਨਾਂ ਦਾ ਪੈਸਾ ਹੈਗਾ। ਉਹਨਾਂ ਦਾ ਪੈਸਾ ਜਾ ਕੇ ਤੁਸੀਂ ਹੋਰ ਖਰਚ ਕਰ ਰਹੇ ਹੋ, ਹੋਰ ਡੈਟ ਵਧਾ ਰਹੇ ਹੋ। ਮਤਲਬ ਇੰਸਟੈਡ ਆਫ ਇੱਕ ਫੋਕਸ ਬਣਾ ਕੇ ਹਾਂ ਜੀ ਤੁਸੀਂ ਇਸ ਤਰੀਕੇ ਆਹਿਸਤਾ ਕਰੋਗੇ, ਲੋਕਾਂ ਨੂੰ ਪੁੱਛ ਕੇ, ਉਹਨਾਂ ਨੂੰ ਆਪਣਾ ਪੋਪੂਲਿਜ਼ਮ ਵਿੱਚ ਪੈ ਜਾਂਦੇ ਆ ਕਿ ਹਾਂਜੀ ਸਾਡੀ ਸਰਕਾਰ ਬਣੀ ਰਹੇ, ਸਾਡੀ ਪਾਵਰ ਬਣੀ ਰਹੇ। ਠੀਕ ਹੈ, ਥੋੜ੍ਹਾ ਬਹੁਤ ਚੰਗਾ ਕੰਮ ਵੀ ਕਰ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਨਹੀਂ ਕਰ ਰਹੇ ਹੋ। ਕਰਪਸ਼ਨ ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ, ਉਸ ਨੂੰ ਲੈ ਕੇ ਵੀ ਜ਼ਰੂਰੀ ਹੈਗਾ। ਲੇਕਿਨ ਇੱਕ ਜਦੋਂ ਤੱਕ ਲੀਡਰਸ਼ਿਪ ਡੈਡੀਕੇਟਿਡ ਹੋ ਕੇ ਕੰਮ ਕਰੇਗੀ ਨਹੀਂ ਉਹਨਾਂ ਇਸ਼ੂਜ਼ 'ਤੇ, ਪੰਜਾਬ ਉਸ ਤੋਂ ਬਾਹਰ ਕਿਵੇਂ ਨਿਕਲੇਗਾ? ਪੰਜਾਬ ਇਜ਼ ਨਾਟ ਏ ਨੇਸ਼ਨ ਸਟੇਟ। ਹੁਣ ਪੰਜਾਬ ਨੂੰ ਨਾ ਤਾਂ ਤੁਸੀਂ ਯੂਐਸ ਨਾਲ ਕੰਪੇਅਰ ਕਰ ਸਕਦੇ ਹੋ, ਨਾ ਚਾਈਨਾ ਨਾਲ, ਈਵਨ ਸ਼੍ਰੀਲੰਕਾ ਅਤੇ ਪਾਕਿਸਤਾਨ ਨਾਲ ਵੀ ਕੰਪੇਅਰ ਨਹੀਂ ਕਰ ਸਕਦੇ। ਪੰਜਾਬ ਇਜ਼ ਏ ਪ੍ਰੋਵਿੰਸ ਆਫ ਦ ਕੰਟਰੀ, ਰਾਈਟ। ਹੁਣ ਇੰਡੀਆ ਦੀ ਜਿਹੜੀ ਕਰੰਸੀ ਹੈਗੀ ਉਹ ਇੰਡੀਆ ਦੀ ਕਰੰਸੀ ਹੈਗੀ, ਇੰਡੀਆ ਦੇ ਜਿਹੜੇ ਰੂਲਸ ਹੈਗੇ ਉਹ ਇੰਡੀਆ ਦੇ ਰੂਲਸ ਹੈਗੇ। ਉਹਨਾਂ ਦੇ ਵਾਸਤੇ ਪੰਜਾਬ ਦੀ ਕੋਈ ਪ੍ਰਾਇੋਰਟੀ ਹੈ ਨਹੀਂ। ਛੋਟਾ ਜਿਹਾ ਸਟੇਟ ਹੈਗਾ, ਤੁਹਾਡੇ ਪਾਰਲੀਮੈਂਟ 13 ਸੀਟਾਂ ਹੈਗੀਆਂ, 2% 2.5% ਆਬਾਦੀ ਹੈਗੀ। ਪੰਜਾਬ ਨਾਲ ਕੀ ਫਰਕ? ਉਹ ਕਹਿਣਗੇ ਯੂਪੀ 'ਤੇ ਕੰਸਨਟਰੇਟ ਕਰੋ ਜੀ, ਇੰਨਾ ਵੱਡਾ ਸਟੇਟ ਹੈਗਾ, ਯੂਪੀ ਪ੍ਰੋਸਪਰ ਕਰ ਗਿਆ ਤਾਂ ਇੰਡੀਆ ਪ੍ਰੋਸਪਰ ਕਰ ਜਾਏਗਾ। ਨਾਲੇ ਵੈਸੇ ਵੀ ਉਹਨਾਂ ਨੂੰ ਪੋਲੀਟੀਕਲੀ ਐਡਵਾਂਟੇਜੀਅਸ ਹੈਗਾ, ਪੰਜਾਬ ਦਾ ਕੋਈ ਭਰੋਸਾ ਨਹੀਂ ਹੈਗਾ। ਅਤੇ ਉਹਨਾਂ ਦੇ ਵਾਸਤੇ ਪੰਜਾਬ ਪ੍ਰਾਇੋਰਿਟੀ ਨਹੀਂ ਬਣਨ ਲੱਗਾ। ਜਦੋਂ ਤੱਕ ਪੰਜਾਬੀ ਖੁਦ ਆਪਣੇ ਆਪ ਨੂੰ ਪ੍ਰਾਇੋਰਿਟੀ ਨਹੀਂ ਬਣਾਉਣਗੇ, ਪੰਜਾਬ ਦੇ ਜਿਹੜੇ ਲੋਕ ਹੈਗੇ, ਅੱਜ ਜਿਹੜਾ ਪੰਜਾਬ ਦਾ ਐਵਰੇਜ ਵੋਟਰ ਹੈਗਾ, ਐਵਰੇਜ ਬੰਦਾ ਹੈਗਾ, ਉਹ ਬਹੁਤ ਸਿਆਣਾ ਹੈਗਾ, ਉਹ ਬਹੁਤ ਅਵੇਅਰ ਹੈਗਾ। ਉਹਨੂੰ ਹਰ ਚੀਜ਼ ਦੀ ਜਿਹੜੀ ਖਾਸ ਤੌਰ 'ਤੇ ਕਿਸਾਨੀ ਅੰਦੋਲਨ ਤੋਂ ਬਾਅਦ ਉਹਨਾਂ ਨੇ ਦੇਖੀ ਦੁਨੀਆ, ਅਤੇ ਵੈਸੇ ਵੀ ਪੰਜਾਬੀ ਹਿਸਟੋਰੀਕਲੀ ਸਪੀਕਿੰਗ ਦਿਸ ਇਜ਼ ਅ ਸਿਵਲਾਈਜੇਸ਼ਨਲ ਰੀਜਨ। ਇਹ ਕੋਈ ਮਤਲਬ ਆਮ ਸਿੱਧੇ ਸਾਦੇ ਲੋਕ ਨਹੀਂ ਹੈਗੇ। ਤੁਸੀਂ ਇੱਕ ਮਤਲਬ 70 ਸਾਲ ਦੀ ਬੁੜੀ ਕੋਲ ਵੀ ਚਲੇ ਜਾਓਗੇ ਨਾ, ਉਹ ਵੀ ਤੁਹਾਨੂੰ ਪੂਰਾ ਮਾਰਕਸਵਾਦ ਵੀ ਸਮਝਾ ਦੇਗੀ, ਅਤੇ ਤੁਹਾਨੂੰ ਜਿਹੜਾ ਸਮਾਜਵਾਦ ਵੀ ਸਮਝਾ ਦੇਗੀ, ਅਤੇ ਕਿਵੇਂ ਕਿੱਥੇ ਪ੍ਰੋਬਲਮਸ ਹੈਗੀ ਉਹ ਸਮਝਾ ਦੇਗੀ ਤੁਹਾਨੂੰ।
ਪਰ ਚੱਕਰ ਹੋਈ ਹੈਗਾ ਲੀਡਰਸ਼ਿਪ ਸਾਡੇ ਜਿਹੜੀ ਹੈਗੀ ਦੇ ਲੈਟ ਅਸ ਡਾਊਨ ਐਵਰੀ ਟਾਈਮ। ਤੇ ਹੁਣ ਅਜੇ ਵੀ ਸਾਡੇ ਕੋਲ ਮੌਕਾ ਹੈਗਾ, ਇਹ ਨਹੀਂ ਕਿ ਪੰਜਾਬ ਵਿੱਚ ਐਵਰੀਥਿੰਗ ਇਜ਼ ਨੈਗੇਟਿਵ। ਆਈ ਐਮ ਆਲਸੋ ਅਗੇਂਸਟ ਦੈਟ ਨੈਰੇਟਿਵ ਜਿਹੜਾ ਇੱਕਦਮ ਦਿਖਾਉਂਦਾ ਕਿ ਹਾਂਜੀ ਪੰਜਾਬ ਵਿੱਚ ਤਾਂ ਹਰ ਕੋਈ ਡਰੱਗ ਐਡਿਕਟ ਹੈਗਾ, ਪੰਜਾਬ ਵਿੱਚ ਕੁਝ ਹੋ ਨਹੀਂ ਰਿਹਾ। ਇਹ ਟਰੂ ਨਹੀਂ ਹੈਗਾ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਅਜੇ ਵੀ ਉਹਨਾਂ ਦੀ ਜੇਬ ਵਿੱਚ ਪੈਸੇ ਹੈਗੇ, ਤੇ ਪੰਜਾਬੀ ਪੈਸੇ ਖਰਚ ਕਰਨ ਨੂੰ ਤਿਆਰ ਹੈਗਾ ਆਪਣੀ ਐਜੂਕੇਸ਼ਨ ਵਾਸਤੇ, ਆਪਣੇ ਖਾਣ ਪੀਣ ਵਾਸਤੇ, ਆਪਣੇ ਰਹਿਣ ਸਹਿਣ ਵਾਸਤੇ, ਆਪਣੇ ਘਰ ਵਾਸਤੇ। ਹੁਣ ਉਹ ਡੈਸਪਰੇਸ਼ਨ ਇਹ ਹੈਗੀ ਕਿ ਉਹਨਾਂ ਨੂੰ ਕੋਈ ਹੋਪ ਨਹੀਂ ਹੈਗੀ। ਇਸ ਵਾਸਤੇ ਸਾਰੇ ਪੈਸੇ ਕਰਕੇ ਜਿਹੜਾ ਵੀ ਕਹਿ ਸਕਦਾ ਕਰ ਸਕਦਾ। ਚਲੋ ਮੁੰਡਿਆਂ ਨੂੰ ਕਹਿ ਰਿਹਾ ਜੀ ਚਲੋ ਜੀ ਤੁਸੀਂ ਬਾਹਰ ਨਿਕਲ ਜਾਓ, ਮੁੰਡੇ ਜਾਣਗੇ, ਉਹਨਾਂ ਨਾਲ ਕੁੜੀਆਂ ਵੀ ਜਾਣਗੀਆਂ। ਕੁੜੀਆਂ ਜੇ ਜ਼ਿਆਦਾ ਪੜ੍ਹ ਰਹੀਆਂ ਤਾਂ ਪਹਿਲੇ ਕੁੜੀਆਂ ਨੂੰ ਕੱਢ ਦਿਓ, ਉਸ ਦੇ ਨਾਲ ਮੁੰਡੇ ਚਲੇ ਜਾਣਗੇ। ਸੋ ਇਹ ਜਿਹੜੀ ਇੱਕ ਡੈਸਪਰੇਸ਼ਨ ਹੈਗੀ, ਤੁਸੀਂ ਕਿਸੇ ਨੇ ਬਾਅਦ ਜਾਓ, ਉਹਨਾਂ ਦੀ ਜਿਹੜੀ ਇੱਕ ਐਸਪੀਰੇਸ਼ਨਲ ਲੈਵਲ ਹੈਗਾ ਉਹਨੂੰ ਵੀ ਰਿਫਲੈਕਟ ਕਰਦਾ, ਉਹਨਾਂ ਦੀ ਜਿਹੜੀ ਪੋਜ਼ਿਟਿਵ ਐਨਰਜੀ ਹੈਗੀ ਉਹਨੂੰ ਵੀ ਰਿਫਲੈਕਟ ਕਰਦਾ। ਵਨ ਸ਼ੁੱਡ ਟੇਕ ਇਟ ਪੋਜ਼ਿਟਿਵਲੀ ਐਜ਼ ਵੈਲ ਕਿ ਤੁਹਾਡਾ ਆਪਣਾ ਡਾਇਸਪੋਰਿਕ ਗਲੋਬਲ ਲੈਵਲ 'ਤੇ ਤੁਸੀਂ ਕਮਿਊਨਿਟੀ ਬਣਾ ਰਹੇ ਹੋ, ਤੁਹਾਨੂੰ ਲੱਗਦਾ ਕਿ ਹਾਂ ਜੀ ਇਹ ਨੇਸ਼ਨ ਸਟੇਟ ਦੇ ਫਰੇਮਵਰਕ ਹੈ, ਸਾਡੇ ਪੰਜਾਬ ਨੂੰ ਤਾਂ ਕੁਝ ਮਿਲਣਾ ਨਹੀਂਗਾ, ਜਾਂ ਜਿਹੜੀ ਤੁਹਾਡੀ ਲੀਡਰਸ਼ਿਪ ਹੈਗੀ ਦੇ ਆਰ ਨਾਟ ਗੋਇੰਗ ਟੂ ਕਾਈਂਡ ਆਫ ਇੰਪਰੂਵ ਦਿਸ ਪਲੇਸ। ਠੀਕ ਹੈ ਜੀ, ਹੋਰ ਕੀ ਤੁਹਾਡਾ ਚਾਰਾ ਹੈਗਾ? ਕੈਨੇਡਾ ਚਲੇ ਜਾਓਗੇ, ਤੁਸੀਂ ਟੈਕਸੀ ਵੀ ਚਲਾਓਗੇ, ਟਰੱਕ ਵੀ ਚਲਾਓਗੇ, ਇੱਕ ਲਾਈਫ ਤਾਂ ਡਿਗਨਿਟੀ ਦੀ ਹੋਏਗੀ ਨਾ। ਤੁਸੀਂ ਪੈਸੇ ਤਾਂ ਕਮਾ ਲਓਗੇ ਇੰਨੇ ਕਿ ਤੁਹਾਨੂੰ ਇਹ ਨਹੀਂ ਸੋਚਣਾ ਪੈਣਾ ਕਿ ਹਾਂ ਜੀ ਆਉਣ ਵਾਲੀ ਜਨਰੇਸ਼ਨ ਦੇ ਕੋਲ ਖਾਣ ਜੋਗੇ ਵੀ ਹੋਣਗੇ ਕਿ ਨਹੀਂ ਹੋਣਗੇ। ਤੇ ਸਰ ਮੈਂ ਇੱਕ ਕੁਐਸਚਨ ਹੋਰ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ SGPC ਜਿਹੜੇ ਸਾਡੇ ਧਾਰਮਿਕ ਇੰਸਟੀਟਿਊਸ਼ਨ ਹੈ, ਜਾਂ ਪੋਲੀਟਿਕਸ ਅਗਰ ਅਸੀਂ ਕਹੀਏ ਤਾਂ ਸਿਰਫ ਪੰਜਾਬ ਦੇ ਇਲਾਵਾ ਪੂਰੇ ਨੇਸ਼ਨ ਦੇ ਵਿੱਚ ਸਾਡੀ ਇਕਲੌਤੀ ਸਿੱਖੀ ਹੈ ਜਿਹੜੀ ਸਰਬੱਤ ਭਲਾ ਤੇ ਚੜ੍ਹਦੀ ਕਲਾ ਦੀ ਵਾਲੀ ਹੈ। ਤੇ ਕਿਉਂ ਨਹੀਂ ਸਾਡੇ ਕੋਲ ਕਦੀ ਇੰਨਾ ਸੀਰੀਅਸਲੀ ਲੋਕ ਕਾਉਂਸਲਰ ਬਣਨ ਲਈ, MLA ਬਣਨ ਲਈ ਜਾਂ MP ਬਣਨ ਦੇ ਲਈ ਉਹ ਸਿੱਖ ਲੀਡਰਸ਼ਿਪ ਦੇ ਉੱਤੇ ਕਿਉਂ ਨਹੀਂ ਕੰਮ ਹੁੰਦਾ ਕਿ ਬਈ ਸਾਡੇ ਵੀ ਬੱਚੇ ਚਾਹੇ ਸਿੱਖ ਹੋ ਜਾਂ ਨੌਨ ਸਿੱਖ ਹੋ, ਬਟ ਸਾਡੀ ਸਿੱਖੀ ਦੀ ਆਈਡੀਓਲੋਜੀ ਤੇ ਡਿਵੈਲਪ ਹੋ ਸਕਦੇ ਹੈ, ਬਟ ਇਟ ਇਜ਼ ਨਾਟ ਇਨ ਦੀ ਏਜੰਡਾ। ਦੂਜਾ, ਨਾ ਲੇਡੀਜ਼ ਦੀ ਪਾਰਟਿਸਿਪੇਸ਼ਨ ਹੈ ਕੰਟੈਸਟ ਦੇ ਵਿੱਚ, ਨਾ ਯੂਥ ਦੀ ਪਾਰਟਿਸਿਪੇਸ਼ਨ ਹੈ ਕੰਟੈਸਟ ਦੇ ਵਿੱਚ। ਜਿਹੜੇ ਪੁਰਾਣੇ ਚੱਲਦੇ ਆ ਰਹੇ ਬਸ ਉਹੀ ਚੱਲਦੇ ਰਹਿ ਰਹੇ ਤੇ ਸਿੱਖ ਲੀਡਰਸ਼ਿਪ ਨੂੰ ਇਵੋਲਵ ਕਰਨ ਦੇ ਵਿੱਚ ਲੋਕ ਕਿਉਂ ਨਹੀਂ ਪਾਰਟਿਸਿਪੇਟ ਕਰਦੇ, ਸੀਰੀਅਸਲੀ ਕਿਉਂ ਨਹੀਂ ਲੈਂਦੇ? ਨਹੀਂ, ਆਈ ਡੋਂਟ ਐਗਰੀ ਵਿਦ ਯੂ। ਹੋ ਰਿਹਾ ਨਾ, ਤੁਸੀਂ ਕਰ ਰਹੇ ਹੋ ਨਾ, ਇਹਨਾਂ ਦਾ ਫਰਕ ਪਏਗਾ ਓਨੈਸਟਲੀ। ਪੰਜਾਬ ਦੇ ਵਿੱਚ ਇੱਕ ਰੈਸਟਲੈਸਨੈਸ ਵੱਧਦੀ ਹੈਗੀ, ਸਿੱਖਾਂ ਦੇ ਵਿੱਚ ਇੱਕ ਉਹਨਾਂ ਨੂੰ ਆਪਣੇ ਆਪ ਨੂੰ ਲੈ ਕੇ ਜੋ ਕੌਨਫੀਡੈਂਸ ਹੈ ਜਿਹੜਾ ਉਹਨਾਂ ਨੇ ਪੈਂਡੈਮਿਕ ਦੇ ਟਾਈਮ ਤੇ ਕੰਮ ਕੀਤਾ, ਇਹ ਸਿਰਫ ਇੰਡੀਆ ਦੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਤਾਰੀਫ ਹੋਈ, ਉਹਨਾਂ ਨੂੰ ਨੋਟਿਸ ਕੀਤਾ ਗਿਆ। ਸਾਨੂੰ ਵੀ ਆਪਣੇ ਆਪ ਨੂੰ ਲੈ ਕੇ ਬੜੀ ਪ੍ਰਾਈਡ ਹੁੰਦੀ ਹੈ, ਹਾਲਾਂਕਿ ਅਸੀਂ ਕੁਝ ਨਹੀਂ ਕੀਤਾ ਸੀ ਤੇ ਘਰੋਂ ਬਾਹਰ ਨਹੀਂ ਨਿਕਲੇ ਪੈਂਡੈਮਿਕ ਦੇ ਟਾਈਮ ਤੇ, ਲੇਕਿਨ ਜਿਹੜੇ ਯੰਗ ਬੱਚੇ ਸਾਡੇ ਕੰਮ ਕਰ ਰਹੇ ਸੀਗੇ, ਆਈ ਫੀਲ ਵੈਰੀ ਪ੍ਰਾਊਡ ਆਫ ਦੈਮ। ਤੇ ਉਹ ਜਿਹੜੇ ਬੱਚੇ ਹੈਗੇ ਜਾਂ ਤੁਸੀਂ ਤੁਹਾਡੇ ਵਰਗੇ ਬੰਦੇ ਵੀ ਜਿਹੜੇ ਕੰਮ ਕਰ ਰਹੇ, ਚੁੱਪ ਕਰਕੇ ਨਹੀਂ ਬੈਠਣ ਵਾਲੇ। ਹੁਣ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਆ। ਕੱਲ੍ਹ ਉਹਨਾਂ ਦੀ ਹੱਥ ਫੜ ਕੇ ਕਹਿਣਗੇ ਜੀ ਹੁਣ ਤੁਸੀਂ ਸਾਈਡ ਤੇ ਬੈਠ ਜਾਓ, ਅਸੀਂ ਕੰਮ ਕਰਾਂਗੇ, ਕਰਕੇ ਦਿਖਾਵਾਂਗੇ ਤੁਹਾਨੂੰ। ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਮੈਨੂੰ ਲੱਗਦਾ ਉਹ ਇਨੀਸ਼ੀਏਟਿਵ, ਹੁਣ ਤੁਸੀਂ ਮੀਡੀਆ ਨੂੰ ਦੇਖੋ, ਮੀਡੀਆ ਸਪੇਸ ਕਾਫੀ ਡਾਈਵਰਸੀਫਾਈ ਹੋ ਗਿਆ ਪੰਜਾਬ ਦੇ ਵਿੱਚ ਵੀ। ਛੋਟੇ-ਛੋਟੇ ਚੈਨਲ, ਮੈਨੂੰ ਵੀ ਕਈ ਵਾਰੀ ਇੱਦਾਂ ਤੁਸੀਂ ਇੰਟਰਵਿਊ ਕਰ ਲਏ ਪਹਿਲੇ ਕਰਦੇ ਆ, ਮਤਲਬ ਉਹਨਾਂ ਦੀ ਆਡੀਅנס ਵੀ ਕਾਫੀ ਹੈਗੀ ਤੇ ਉਹ ਬੜੇ ਸਿਆਣੀਆਂ ਗੱਲਾਂ ਕਰਦੇ ਹੈਗੇ। ਕੋਈ ਉਹ ਸਿਰਫ ਇਹ ਨਹੀਂ ਗਾ ਕਿ ਹਾਂ ਵੀ ਚਲੋ ਜੀ ਤੁਹਾਨੂੰ ਗਿੱਧਾ ਵੀ ਦਿਖਾਵਾਂਗੇ, ਡਾਂਸ ਵੀ ਦਿਖਾਵਾਂਗੇ, ਉਹ ਕੰਸਿਸਟੈਂਟਲੀ ਸਿਆਣੀਆਂ ਗੱਲਾਂ ਕਰਦੇ ਹੈਗੇ ਤੇ ਇੱਕ ਨਵਾਂ ਇੱਕ ਆਡੀਅנס ਡਿਵੈਲਪ ਹੋ ਰਿਹਾ ਪੰਜਾਬ ਦੇ ਵਿੱਚ। ਇਹ ਜਿਹੜੀ ਪਿਛਲੇ 5-7-10 ਸਾਲਾਂ ਦੇ ਵਿੱਚ ਨਾ ਇੱਕ ਇੰਟਰਸਟਿੰਗ ਜੀ ਇੱਕ ਪੰਜਾਬੀ ਜਿਹੜੀ ਅਰਬਨ ਮੋਬਾਈਲ ਮਿਡਲ ਕਲਾਸ ਇਵੋਲਵ ਹੋ ਰਹੀ ਹੈ, ਉਹਨਾਂ ਨੂੰ ਉਹ ਇਸ ਗੱਲ ਤੋਂ ਖੁਸ਼ ਨਹੀਂ ਹੈਗੇ। ਜਿਵੇਂ ਇਸ ਵਾਰੀ ਪੰਜਾਬ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਨੂੰ ਲੋਕਾਂ ਨੇ ਸਾਈਡ ਮਾਰਜਨਲਾਈਜ਼ ਕਰਤਾ, ਜਿਹੜੀ ਇਸਟੈਬਲਿਸ਼ ਲੀਡਰਸ਼ਿਪ ਸੀਗੀ। ਇਹ ਨਹੀਂ ਗਾ ਕਿ ਕੋਈ ਆਪ ਦਾ ਰੈਵੋਲੂਸ਼ਨ ਸੀਗਾ, ਉਹ ਲੋਕ ਇੰਨੇ ਅੱਕੇ ਹੋਏ ਸੀਗੇ ਜਿਹੜੀ ਇਸਟੈਬਲਿਸ਼ ਲੀਡਰਸ਼ਿਪ ਤੋਂ। ਠੀਕ ਹੈ ਜੀ, ਇਹਨਾਂ ਨੂੰ ਟਰਾਈ ਕਰਕੇ ਦੇਖਦੇ ਹਾਂ, ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਇਹਨਾਂ ਨੂੰ ਵੀ ਪਾਸੇ ਕਰ ਦਿਆਂਗੇ। ਸੋ ਇੱਕ ਆਮ ਜਿਹੜੀ ਜਨਤਾ ਹੈਗੀ ਉਹ ਲੀਡਰਸ਼ਿਪ ਤੋਂ ਹੁਣ ਅੱਗੇ ਚਲੀ ਗਈ ਹੈਗੀ ਤੇ ਉਹਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਨਿਕਲਣ ਦੀ ਆਸ ਹੈਗੀ। ਐਟਮੋਸਫੀਅਰ ਠੀਕ ਰਹਿਣਾ ਚਾਹੀਦਾ ਹੈ, ਕਿਤੇ ਹੋਰ ਨਾ ਡਿਸਟਰਬੈਂਸ ਹੋ ਜਾਏ, ਕਿਉਂਕਿ ਵੀ ਲਿਵ ਇਨ ਏ ਗਲੋਬਲ ਕੰਟੈਕਸਟ ਹੈ ਜੀ। ਕੱਲ੍ਹ ਨੂੰ ਕਿੱਥੇ ਕੀ ਹੁੰਦਾ, ਉਹਦਾ ਕੀ ਅਸਰ ਪਏਗਾ। ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸਿੱਖ ਹੈਗਾ ਉਹ ਚੁੱਪਚਾਪ ਬੈਠਣ ਵਾਲਾ ਹੈਗਾ। ਸਿੱਖਾਂ ਦੇ ਵਿੱਚ ਇੱਕ ਜਜ਼ਬਾ ਹੈਗਾ ਐਂਡ ਉਹ ਰਿਮਾਰਕੇਬਲ ਜਜ਼ਬਾ ਹੈਗਾ। ਅੱਜ ਵੀ ਦੇਖੋ ਤੁਸੀਂ ਆਪਣੇ ਜਿਹੜੇ ਬੰਗਾ ਸਾਹਿਬ ਨੂੰ ਵਰਲਡ ਬੈਂਕ ਦਾ ਡਾਇਰੈਕਟਰ ਬਣਾਉਣ ਦੀ ਗੱਲ ਕਰ ਰਹੇ ਹੈਗੇ। ਇਟਸ ਨਾਟ ਏ ਸਮਾਲ ਥਿੰਗ, ਇਟਸ ਅ ਵੈਰੀ ਵੈਰੀ ਬਿਗ ਥਿੰਗ। ਤੇ ਸਾਡੇ ਕੌਮ ਦੇ ਲੋਕ ਉੱਥੇ ਲੋਕੀ ਗੱਲ ਵੀ ਕਰਦੇ ਹੈਗੇ ਟੈਲੀਵਿਜ਼ਨ ਤੇ ਵੀ, ਰਵੀਸ਼ ਵੀ ਗੱਲ ਕਰ ਰਿਹਾ ਸੀਗਾ, ਉੱਥੇ ਟਰਕੀ 'ਚ ਕ੍ਰਾਈਸਿਸ ਹੁੰਦਾ ਹੈਗਾ, ਸੀਰੀਆ 'ਚ ਕ੍ਰਾਈਸਿਸ ਹੁੰਦਾ, ਇਹ ਭਾਜੀ ਪਹੁੰਚ ਜਾਂਦੇ ਆਪਣੇ ਟਰੱਕ ਲੈ ਕੇ ਉੱਥੇ, ਭਾਵੇਂ ਆਪਣੀ ਸਿਹਤ ਉਹਨਾਂ ਦੀ ਅਲਾਉ ਕਰਦੀ ਹੈ ਨਹੀਂ ਕਰਦੀ ਹੈ। ਐਂਡ ਲੋਟਸ ਆਫ ਪੀਪਲ ਡੂਇੰਗ ਵੈਰੀ ਗੁੱਡ ਵਰਕ ਔਨ ਗਰਾਊਂਡ ਐਂਡ ਯੂ ਆਰ ਬੀਇੰਗ ਨੋਟਿਸਡ ਬਾਈ ਦਾ ਵਰਲਡ। ਇਹ ਨਹੀਂ ਹੈ ਕਿ ਲੋਕ ਨੋਟਿਸ ਨਹੀਂ ਕਰ ਰਹੇ ਤੁਹਾਨੂੰ। ਇੱਕ ਸਿੱਖ ਨੇ ਆਪਣੀ ਜਿਹੜੀ ਪੱਗ ਦੀ ਇੱਕ ਮਾਣ ਜਿਹੜਾ ਬਣਾਇਆ ਹੈਗਾ ਤੇ ਉਸ ਮਾਣ ਦੇ ਨਾਲ ਉਹਨੂੰ ਇੱਕ ਪੋਜ਼ਿਟਿਵ ਐਨਰਜੀ ਵੀ ਦਿੱਤੀ ਹੈਗੀ ਕਿ ਅਸੀਂ ਐਵੇਂ ਜਾ ਕੇ ਆਪਣੀ ਪ੍ਰੈਜ਼ੈਂਸ ਮਾਰਕ ਨਹੀਂ ਕਰ ਰਹੇ, ਅਸੀਂ ਐਕਚੁਅਲੀ ਪੈਸੇ ਵੀ ਖਰਚ ਕਰ ਰਹੇ ਹਾਂ
ਤੇ ਕੋਈ ਲੋਕਾਂ ਨੂੰ ਇਹ ਸ਼ੌਂਕ ਨਹੀਂ ਹੈਗਾ ਕਿ ਹਾਂ ਵੀ ਮੇਰਾ ਨਾਂ ਹੋਣਾ ਚਾਹੀਦਾ, ਬੋਰਡ ਲਗਾਉਣਾ ਚਾਹੀਦਾ। ਬਹੁਤ ਲੋਕ ਚੁੱਪਚਾਪ ਕਰਦੇ ਆ ਕੰਮ। ਠੀਕ ਹੈ ਜੀ, ਸਾਨੂੰ ਨਾਂ ਦੀ ਲੋੜ ਨਹੀਂ ਹੈਗੀ, ਠੀਕ ਹੈ, ਸਾਡੇ ਕੋਲ ਪੈਸੇ ਹੈਗੇ, ਥੋੜ੍ਹਾ ਕਰ ਲਓ ਤੁਸੀਂ। ਇੰਡੀਆ ਦੇ ਵਿੱਚ ਇਸ ਟਾਈਮ ਜਿਹੜੀਆਂ ਬਾਕੀਆਂ ਕੌਮਾਂ ਦੇ ਨਾਲ ਕੰਪੇਅਰ ਕਰਕੇ ਦੇਖੋਗੇ, ਆਈ ਥਿੰਕ ਸਿੱਖਸ ਆਰ ਨਾਟ ਡੂਇੰਗ ਬੈਡਲੀ, ਨਾਟ ਦੈਟ ਵੀ ਡੋਂਟ ਹੈਵ ਪ੍ਰੋਬਲਮਸ। ਸਾਨੂੰ ਉਹ ਵੀ ਗੱਲਾਂ ਕਰਨੀਆਂ ਚਾਹੀਦੀਆਂ ਤੇ ਜਿਹੜੀ ਸਾਡੀ ਪੋਜ਼ੀਟਿਵ ਚੀਜ਼ ਹੈਗੀਆਂ, ਜਿਵੇਂ ਤੁਹਾਡਾ ਸੰਸਥਾ ਹੈਗੀ, ਅਵਾਰਡ ਕਰੋ ਜਿਹੜੇ ਸਿੱਖ ਕ੍ਰੀਏਟਿਵ ਕੰਮ ਕਰ ਰਹੇ, ਬਿਲਕੁਲ ਜਿਹੜੇ ਮਾਰਜਨ ਤੇ ਬੈਠੇ ਛੋਟੇ ਛੋਟੇ NGOs ਚਲਾ ਰਹੇ ਆ। ਵਾਈ ਡੋਂਟ ਵੀ ਹੈਵ ਐਨੂਅਲ ਅਵਾਰਡਸ ਫॉर द ਸਿੱਖਸ ਇਨ ਸਿਵਲ ਸੁਸਾਇਟੀ। ਉਸ ਤਰ੍ਹਾਂ ਦੀਆਂ ਚੀਜ਼ਾਂ ਇੰਸਟੀਟਿਊਸ਼ਨਲਾਈਜ਼ ਕਰਕੇ ਲੋਕਾਂ ਨੂੰ ਇਨਕਰੇਜ ਕਰੋ, ਆਪੇ ਨਵੀਂ ਲੀਡਰਸ਼ਿਪ ਨਿਕਲੇਗੀ। ਆਹ ਦੇਖੋ ਜੀ, ਇਹਨਾਂ ਨੂੰ ਪਹਿਲਾ ਇਨਾਮ ਮਿਲਿਆ ਸੀਗਾ, ਇਹ ਤੁਸੀਂ ਹੁਣ ਤੁਹਾਨੂੰ ਇਲੈਕਸ਼ਨ ਜਿੱਤੇ ਹੋਣੇ ਤੁਸੀਂ, ਪਰ ਇਹ ਵੀ ਸਾਡੇ ਲੀਡਰ ਹੈਗੇ। ਉਹ ਫਿਰ ਆਪਣੇ ਤਰੀਕੇ ਨਾਲ ਸੋਚਣਗੇ, ਉਹਨਾਂ ਨੂੰ ਆਪਣੀ ਇੱਕ ਆਈ ਥਿੰਕ ਸਾਡੇ ਵਰਗੇ ਬੰਦਿਆਂ ਨੂੰ ਇਹਨੂੰ ਸੋਚ ਕੇ ਇੱਕ ਨਵੇਂ ਪਲੇਟਫਾਰਮ ਬਣਾ ਕੇ ਉਹਨਾਂ ਨੂੰ ਰਿਕਗਨੀਸ਼ਨ ਦਈਏ, ਉਹਨਾਂ ਨੂੰ ਵਿਜ਼ਿਬਿਲਿਟੀ ਦਈਏ, ਉਹਨਾਂ ਨੂੰ ਉਸ ਪ੍ਰੋਸੈਸ ਦੇ ਵਿੱਚ ਇੱਕ ਨਵੇਂ ਆਈਡੀਆਜ਼ ਵੀ ਦਈਏ ਕਿ ਹਾਂ ਜੀ ਆਹ ਦੇਖੋ ਸਾਡੇ ਨਿਕਲ ਕੇ ਆਇਆ। ਜਿਵੇਂ ਤੁਸੀਂ ਪੰਜਾਬ ਵਿੱਚ ਘੁੰਮ ਫਿਰ ਕੇ ਆਏ ਹੋ, ਮੈਂ ਪਿਛਲੇ 25 ਸਾਲਾਂ ਤੋਂ ਕੰਮ ਕਰ ਰਿਹਾ ਉੱਥੇ, ਹਾਂਜੀ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਮੈਂ ਵੀ ਉਹੀ ਕਹਿ ਰਿਹਾ। ਗਰਾਊਂਡ ਤੇ ਜਾਓਗੇ ਤਾਂ ਨੈਚੁਰਲੀ ਪਤਾ ਲੱਗ ਜਾਏਗਾ ਇਹ ਇਸ਼ੂਜ਼ ਹੈਗੇ ਭਾਈ। ਹੁਣ ਤੁਸੀਂ ਹੁਣ ਕਨਵਰਜਨ ਨੂੰ ਲੈ ਕੇ ਕਹੋ ਜੀ ਲਾਅ ਬਣਾ ਦਿਓ, ਉੱਪਰੋਂ ਇਹਨਾਂ ਨੂੰ ਇਹ ਕਰ ਦਿਓ, ਉਹ ਕਰ ਦਿਓ, ਪਨਿਸ਼ ਕਰ ਦਿਓ, ਉਹਦੇ ਨਾਲ ਕੁਝ ਨਹੀਂ ਬਦਲਣਾ। ਜਦੋਂ ਤੱਕ ਗਰਾਊਂਡ ਤੇ ਜਾ ਕੇ ਦੇਖੋਗੇ ਨਹੀਂ, ਉਹਦੇ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਜੀ ਪਿੰਡਾਂ ਦੇ ਵਿੱਚ ਵਿਤਕਰਾ ਹੁੰਦਾ ਹੈਗਾ, ਉਹਨਾਂ ਦੇ ਪੱਲੇ ਕੁਝ ਨਹੀਂ, ਕੋਈ ਉਹਨਾਂ ਨੂੰ ਹੈਲਪ ਕਰਨ ਨਹੀਂ ਹੁੰਦਾ। ਉਹਨੂੰ ਜੋ ਹੈਲਪ ਕਰੇਗਾ, ਉਹ ਭਾਵੇਂ ਡੇਰਾ ਹੋਏ, ਭਾਵੇਂ ਕੋਈ ਹੋਰ ਮਜ਼ਹਬ ਦੇ ਲੋਕ ਹੋਣ, ਉਹ ਨੈਚੁਰਲੀ ਉਹਨਾਂ ਨੂੰ ਕੋਈ ਇਨਸਾਨੀਅਤ ਦਿਖਾਏਗਾ ਤਾਂ ਉਹਦੇ ਨਾਲ ਚੱਲਣਗੇ ਹੀ ਸਹੀ ਨਾ, ਕਿਉਂ ਨਹੀਂ ਜਾਣਗੇ? ਉਹਨੂੰ ਪਾਗਲ ਹੈਗੇ ਉਹ ਕਿ ਹਾਂ ਜੀ ਠੀਕ ਹੈ ਅਸੀਂ ਭੁੱਖੇ ਮਰ ਜਾਵਾਂਗੇ, ਅਸੀਂ ਜੋ ਹੈਗੇ ਉਵੇਂ ਰਹਾਂਗੇ, ਕੋਈ ਨਹੀਂ ਰਹਿੰਦਾ ਹੈ। ਤਾਂ ਇੱਕ ਜਿਹੜੀ ਇੱਕ ਨਵੇਂ ਤਰ੍ਹਾਂ ਦੀ એનર્ਜੀ ਸਾਡੇ ਦੇ ਵਿੱਚ ਹੈਗੀ, ਉਹ ਇੱਕ ਇਨੀਸ਼ੀਏਟਿਵ ਦਾ ਕਲਚਰ ਵੀ ਹੈਗਾ ਸਿੱਖਾਂ ਦੇ ਵਿੱਚ। ਅਤੇ ਸਿੱਖ ਕੋਈ ਆਪਣਾ ਨੈਰੋ ਏਰੀਏ 'ਚ ਬੈਠਦਾ ਨਹੀਂ ਗਾ, ਉਹ ਬੇਚੈਨ ਬੰਦਾ ਹੈਗਾ। ਉਹ ਸਾਡਾ ਬਾਬਾ ਨਾਨਕ ਵੀ ਬੜਾ ਬੇਚੈਨ ਸੀਗਾ। ਉਹ ਸਾਡੇ ਉਹਦੇ 'ਚ ਹੈਗਾ, ਕਲਚਰ 'ਚ ਹੈਗਾ ਕਿ ਜਿਹੜੇ ਨਾ ਉਹ ਉੱਜੜ ਜਾਓ, ਜਿਹੜੇ ਚੰਗੇ ਬੰਦੇ ਆ ਉਹ ਆਲੇ ਦੁਆਲੇ ਜਾ ਕੇ ਹੋਰਾਂ ਦੇ ਨਾਲ ਗੱਲ ਕਰੋ, ਵਸੇ ਰਹਿਣ ਵਾਲੇ 'ਚ ਨਹੀਂ ਹੈਗੇ ਸੀ। ਸਰ ਇੱਕ ਮੈਂ ਹੋਰ ਕੁਐਸਚਨ ਲਾਸਟ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਐਗਰੀਗੇਰੀਅਨ ਕ੍ਰਾਈਸਿਸ ਚੱਲ ਰਹੀ ਹੈ ਤੇ 2 ਵੀਟ ਪ੍ਰੋਡਿਊਸਿੰਗ ਪਾਲਿਸੀ ਜਿਹੜੀ ਹੈਗੀ, ਤੇ ਬੜੇ ਲੋਕ ਇਹ ਵੀ ਕਹਿੰਦੇ ਆ ਜੀ ਬਈ ਕਿਉਂਕਿ MSP ਸਿਵਾਏ ਵੀਟ ਤੇ ਪੈਡੀ ਦੇ ਆਨਰ ਨਹੀਂ ਹੁੰਦਾ। ਤੇ ਦੂਜਾ ਜਿਹੜਾ ਮੇਨ ਮਕਸਦ ਦੀ ਜਿਹਦੀ ਵਜ੍ਹਾ ਦੇ ਨਾਲ APMC ਬਣਿਆ ਸੀ, but infrastructure development in terms of cold storage warehouses specifically for small and marginal farmers ਨਹੀਂ ਹੈ। ਤੇ ਜਿਹੜਾ ਪੇਮੈਂਟ ਰਿਅਲਾਈਜੇਸ਼ਨ ਹੈ ਥਰੂ ਆਰਥੀ, ਅਗਰ ਉਹ ਡਾਇਰੈਕਟ ਹੋਏ ਤੇ ਫਿਰ ਜਿਹੜੇ ਸਮਾਲ ਐਂਡ ਮਾਰਜਨਲ ਫਾਰਮਰਸ ਹੈ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਮਿਲ ਸਕਦਾ। ਤੇ ਕੀ ਹੈ ਵਜ੍ਹਾ ਹੈ ਕਿ ਗ੍ਰੀਨ ਰੈਵੋਲੂਸ਼ਨ ਦੇ ਬਾਅਦ पंजाब इकलौती स्टेट है जिन्हें सबसे ज़्यादा रिफॉर्म्स एंड सबसे ज़्यादा स्पेंड किया है इन टर्म्स ऑफ फार्मिंग, बट स्टिल दीज थिंग्स हैव नॉट बीन डेवलप्ड एंड दैट इज़ वन ऑफ द मेजर कॉज कि जी लास्ट स्टडी हुई सी कि भाई 9 ऑन एन एवरेज एवरी ईयर 75 डेथ्स होंदी थी किसानां दी टिल 2014 ਤੇ ਹੁਣ ਇਹ ਜਿਹੜਾ 250 ਹੈ ਤੇ ਸਾਰੇ ਸਮਾਲ ਐਂਡ ਮਾਰਜਨਲ ਫਾਰਮਰਸ ਹੈ। ਤੇ ਕੀ ਉਹ APMC ਦਾ ਰੋਲ, ਪੇਮੈਂਟ ਸੈਟਲਮੈਂਟ ਦਾ ਰੋਲ ਤੇ ਜਿਹੜਾ ਇਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈ ਉਹਦੇ ਉੱਤੇ ਐਜ਼ ਅ ਪ੍ਰਾਇੋਰਟੀ ਗਵਰਨਮੈਂਟ ਨੂੰ ਕੰਮ ਕਰਨਾ ਚਾਹੀਦਾ? ਜਿਹੜੇ ਜਨਰਲੀ ਇੱਕ ਨੈਰੇਟਿਵ ਡੋਮੀਨੈਂਟ ਨੈਰੇਟਿਵ ਹੈਗਾ ਉਹ ਪਿਓਰਲੀ ਇਕਨੋਮਿਕ ਨੈਰੇਟਿਵ ਹੈਗਾ। ਤੇ ਉਸ ਹਿਸਾਬ ਨਾਲ ਦੇਖਿਆ ਜਾਏ ਤਾਂ ਪੰਜਾਬ ਦੀ ਜਿਹੜੀ ਐਗਰੀਕਲਚਰ ਦੀ ਇਨਕਮ ਹੈਗੀ, ਪਰ ਹੈਕਟੇਅਰ ਇਨਕਮ ਹੈਗੀ ਜਾਂ ਓਵਰਆਲ, ਉਹ ਬਾਕੀ ਸਟੇਟ ਜਿਹੜੇ ਇੰਡੀਆ ਦੇ ਉਹ ਤੋਂ ਕਿਤੇ ਜ਼ਿਆਦਾ ਹੈਗੀ। ਪੰਜਾਬ ਦਾ ਐਵਰੇਜ ਹੋਲਡਿੰਗ ਸਾਈਜ਼ ਵੀ ਵੱਡਾ ਹੈਗਾ, ਇਸੇ ਕਰਕੇ ਪੰਜਾਬੀ ਫਾਰਮਰ ਦੇ ਐਗਰੀਕਲਚਰ ਵਿੱਚ ਸਟੇਕ ਹੈਗੇ। ਬਾਕੀ ਜਗ੍ਹਾ 'ਤੇ ਹੁਣ ਬਿਹਾਰ ਵਿੱਚ ਚਲੇ ਜਾਓ, ਅੱਧਾ ਕਿੱਲਾ ਜ਼ਮੀਨ, 1 ਕਿੱਲਾ ਜ਼ਮੀਨ, ਉਹ ਵੀ ਫਿਰ ਉੱਥੇ ਕਦੀ ਫਲੱਡ ਆਏਗਾ, ਕਦੀ ਉੱਥੇ ਕੋਈ ਇਨਫਰਾਸਟ੍ਰਕਚਰ ਹੈ ਹੀ ਨਹੀਂਗਾ। ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਕਰਕੇ ਇਨਫਰਾਸਟ੍ਰਕਚਰ ਵੀ ਹੈਗਾ, ਸਾਡੇ ਕਨਾਲਸ ਹੈਗੀਆਂ, ਕਨਾਲ ਨੈਟਵਰਕ ਹੈਗਾ, ਬਿਜਲੀਆਂ ਦੇ ਕਨੈਕਸ਼ਨ ਹੈਗੇ, ਬਿਜਲੀ ਫ੍ਰੀ ਵੀ ਮਿਲਦੀ ਹੈ ਲੋਕਾਂ ਨੂੰ, ਟਿਊਬਵੈਲ ਵੀ ਚੱਲਦੇ ਹੈਗੇ, ਸਾਰਾ ਇਨਫਰਾਸਟ੍ਰਕਚਰ ਐਗਰੀਕਲਚਰ ਦਾ ਕਾਫੀ ਡਿਵੈਲਪਡ ਹੈਗਾ। ਇਟਸ ਕੰਪੇਅਰੇਬਲ ਟੂ ਬੈਸਟ ਇਨ ਦ ਵਰਲਡ ਇਨ ਸਮ ਸੈਂਸ ਜੇ ਪੰਜਾਬ ਦਾ ਜਿਹੜਾ ਐਗਰੀਕਲਚਰਲ ਇਨਫਰਾਸਟ੍ਰਕਚਰ ਦੇਖਿਆ ਜਾਏ। ਸਾਡੇ ਮਾਰਕੀਟਿੰਗ ਸਿਸਟਮ ਵੀ ਹੈਗੇ, ਲੋਕਾਂ ਨੂੰ ਪਤਾ ਹੈਗਾ ਕਿ ਇਹ ਮਾਰਕੀਟਿੰਗ ਸਿਸਟਮ ਮਚ ਬੈਟਰ ਦੈਨ ਜਿਹੜੇ ਮਾਰਕੀਟਿੰਗ ਸਿਸਟਮ ਵੈਸਟ ਬੰਗਾਲ 'ਚ ਹੈਗੇ ਜਾਂ ਬਾਕੀ ਸਟੇਟਸ 'ਚ ਹੈਗੇ, ਹਾਲਾਂਕਿ ਉੱਥੇ ਵੀ ਐਗਰੀਕਲਚਰ ਡਿਵੈਲਪਮੈਂਟ ਹੋ ਰਹੀ ਹੈ। ਅਤੇ ਇਹ ਜਿਹੜੇ ਇਹਨਾਂ ਦੇ ਅਜੇ ਵੀ ਥੋੜ੍ਹਾ ਬਹੁਤਾ ਇਹਨਾਂ ਦਾ ਹੈਗਾ ਜਿਹੜਾ ਆੜ੍ਹਤੀਆ ਸਿਸਟਮ, ਇਸੇ ਵਾਸਤੇ ਲੋਕਾਂ ਨੇ ਅੰਦੋਲਨ ਕੀਤਾ ਸੀਗਾ ਕਿ ਜੇ ਤੁਸੀਂ ਇੱਕਦਮ ਕਾਰਪੋਰੇਟ ਨੂੰ ਲੈ ਕੇ ਆਓਗੇ ਤਾਂ ਸਾਡਾ ਬਿਲਕੁਲ ਜਿਹੜਾ ਉਹ ਰਹਿਣਾ ਨਹੀਂਗਾ, ਆਟੋਨੋਮੀ ਬਿਲਕੁਲ ਵੀ ਨਹੀਂ ਰਹਿਣੀ। ਹੁਣ ਇੱਕ ਜਿਹੜੀ ਸੁਈਸਾਈਡ ਦਾ ਇੱਕ ਕਲਚਰ ਅਤੇ ਪ੍ਰੋਬਲਮ ਇਹ ਹੈਗੀ ਕਿ ਪਿੰਡ ਦੇ ਵਿੱਚ ਜਿਹੜਾ ਉਹ ਆਪਸੀ ਜਿਹੜੀ ਕਮਿਊਨਿਟੀ ਫੀਲਿੰਗ ਸੀਗੀ ਲੋਕਾਂ ਦੀ ਉਹ ਖਤਮ ਹੋਈ ਹੈ। ਲੋਕਾਂ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਕਿਹਾ ਸੀ ਨਾ ਗਰੀਬ ਆਦਮੀ ਹੈਗਾ, ਹੁਣ ਜਿਹਦੇ ਕੋਲ 2 ਕਿੱਲੇ ਜ਼ਮੀਨ ਹੈਗੀ, 2.5 ਕਿੱਲੇ ਜ਼ਮੀਨ ਹੈਗੀ, ਸਮਾਲ ਮਾਰਜਨਲ ਫਾਰਮਰ ਜਿਹੜਾ ਹੈਗਾ, ਉਹ ਸਿਰਫ ਉਹਦੇ ਕੋਲ ਜ਼ਮੀਨ ਛੋਟੀ ਨਹੀਂ ਹੋ ਗਈ, ਉਹ ਵੈਸੇ ਵੀ ਆਈਸੋਲੇਟ ਹੋ ਗਿਆ। ਉਹ ਪਰਿਵਾਰ ਹੁੰਦਾ ਸੀਗਾ ਜਿਹੜਾ ਚੰਗਾ ਪਰਿਵਾਰ ਦਾ ਵੱਡਾ ਬੰਦਾ ਸੀਗਾ, ਉਹ ਪਿੰਡ 'ਚੋਂ ਨਿਕਲ ਗਿਆ,
ਉਹ ਪਰਵਾਹ ਵੀ ਨਹੀਂ ਕਰਦੇ, ਗੱਲ ਵੀ ਨਹੀਂ ਕਰਦੇ ਇੱਕ ਦੂਜੇ ਦੇ ਨਾਲ। ਠੀਕ ਹੈ ਜੀ, ਵਿਆਹ ਤੇ ਬੁਲਾਉਣਗੇ ਤਾਂ ਫਿਰ ਖੇਚਲ ਵੀ ਕਰਨੀ ਪੈਂਦੀ ਤੁਹਾਨੂੰ, ਉੱਥੇ ਜਾ ਕੇ ਕੁਝ ਦੇਣਾ ਵੀ ਪੈਣਾ, ਤੁਹਾਡੇ ਕੋਲ ਹੈਗਾ ਵੀ ਸਹੀ ਕਿ ਨਹੀਂ ਹੈਗਾ। ਉਹ ਇੱਕ ਫਰੈਗਮੈਂਟੇਸ਼ਨ ਹੋਈ ਹੈ ਪੰਜਾਬੀ ਸੁਸਾਇਟੀ ਦੀ, ਉਹਦੇ ਬਾਰੇ ਵੀ ਸੋਚਣਾ ਨਾਲ ਜ਼ਰੂਰੀ ਹੈਗਾ। ਤੇ ਤੀਜੀ ਗੱਲ ਇਹ ਹੈਗੀ ਕਿ ਪੰਜਾਬ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੋਸਟ 1990s ਉਹ ਜਿਹੜੀਆਂ ਇੱਕ ਟਰਨ ਆਉਣਾ ਚਾਹੀਦਾ ਇਕਨੋਮੀ ਦਾ, ਉਹ ਨਹੀਂ ਆਇਆ ਉੱਥੇ। ਉਹ ਅਜੇ ਵੀ ਮਤਲਬ ਪੰਜਾਬ ਯੂਜ਼ਡ ਟੂ ਬੀ ਐਨ ਅਰਬਨ ਸਟੇਟ। ਪੰਜਾਬ ਦੇ ਵਿੱਚ ਇੰਡਸਟਰੀ ਕਾਫੀ ਹੁੰਦੀ ਸੀ ਅੰਟਿਲ 1970s ਅਰਲੀ 80s ਤੱਕ। ਪੰਜਾਬ ਦੀ ਇੰਡਸਟਰੀ ਅਰਬਨ ਸੈਂਟਰ ਬੜੇ ਵਾਈਬਰੈਂਟ ਸੀਗੇ, ਅਜੇ ਵੀ ਹੈਗੇ। ਪੰਜਾਬ ਹੈਜ਼ 2 ਮਿਲੀਅਨ ਪਲੱਸ ਸਿਟੀਜ਼, ਲੁਧਿਆਣਾ, ਅੰਮ੍ਰਿਤਸਰ ਹੈਗਾ, ਜਲੰਧਰ ਵੀ ਹੈਗਾ, ਬਾਕੀ ਤੁਹਾਡੇ ਹੋਰ ਵੀ ਵੱਡੇ ਵੱਡੇ ਸ਼ਹਿਰ ਕਾਫੀ ਸਾਰੇ ਹੈਗੇ ਉੱਥੇ। ਆਹ ਜਿਹੜਾ ਕਲਸਟਰ ਤੁਹਾਡਾ ਚੰਡੀਗੜ੍ਹ ਦੇ ਆਲੇ ਦੁਆਲੇ ਬਣ ਰਿਹਾ ਇਜ਼ ਅ ਹਿਊਜ ਅਰਬਨ ਕਲਸਟਰ ਨਾਓ। ਜਿਹੜਾ ਤੁਹਾਡਾ ਫਿਊਚਰ ਹੈਗਾ ਉਹ ਹੁਣ ਸਿਰਫ ਖੇਤੀ ਦੇ ਵਿੱਚ, ਖੇਤੀ ਤੇ ਕਿੰਨੇ ਲੋਕ ਲੱਗੇ ਆ ਖੇਤੀ ਦੇ ਵਿੱਚ, ਕਹਿਣ ਨੂੰ ਕਾਫੀ ਹੈਗੇ, ਬਟ ਐਕਚੁਅਲੀ ਜਿਹੜੀ ਇਫੈਕਟਿਵਲੀ ਤੁਹਾਡਾ 1/4 ਤੋਂ ਜ਼ਿਆਦਾ ਪਿੰਡੂ ਪੋਪੂਲੇਸ਼ਨ ਹੈਗੀ ਉਹ ਖੇਤੀ 'ਚ ਇਨਵੋਲਵ ਨਹੀਂ ਹੈਗੀ। ਲੋਕੀ ਰਹਿੰਦੇ ਪਿੰਡਾਂ 'ਚ ਹੈਗੇ, ਬਾਕੀ ਇਨਕਮ ਉਹਨਾਂ ਦੀ ਬਾਕੀ ਸੋਰਸਿਸ ਤੋਂ ਵੀ ਆਉਂਦੀ ਹੈ। ਇਹ ਆਮ ਲੋਕਾਂ ਨੂੰ ਪਤਾ ਹੈਗਾ ਖੇਤੀ 'ਚ ਫਿਊਚਰ ਨਹੀਂ ਹੈਗਾ, ਬਾਹਰ ਵੀ ਨਿਕਲ ਰਹੇ ਲੋਕ। ਸੋ ਉਹੀ ਗੱਲ ਹੈਗੀ, ਬਿਲਕੁਲ ਗੱਲ ਉੱਥੇ ਲੀਡਰਸ਼ਿਪ 'ਤੇ ਹੀ ਆ ਜਾਂਦੀ ਹੈ ਕਿ ਕਿਵੇਂ ਤੁਸੀਂ ਨੈਗੋਸ਼ੀਏਟ ਕਰੋਗੇ ਸੈਂਟਰਲ ਗਵਰਨਮੈਂਟ ਦੇ ਨਾਲ, ਕਿਉਂਕਿ ਰਿਸੋਰਸਿਸ ਤਾਂ ਸਾਰੇ ਸੈਂਟਰਲ ਗਵਰਨਮੈਂਟ ਨੇ ਲਗਾਉਣੇ ਹੈਗੇ। ਕਿਵੇਂ ਤੁਸੀਂ ਆਪਣੇ ਜਿਹੜੇ ਥੋੜ੍ਹੇ ਬਹੁਤੇ ਰਿਸੋਰਸਿਸ ਹੈਗੇ ਉਹਨਾਂ ਨੂੰ ਇਸ ਤਰੀਕੇ ਚੈਨਲ ਕਰੋ ਕਿ ਉਹ ਜਿਹੜੇ ਗਰੀਬ ਗੁਰਬੇ ਦੇ ਕੋਲ ਜ਼ਿਆਦਾ ਪਹੁੰਚਣ। ਅਜੇ ਵੀ ਪੰਜਾਬ ਦੇ ਵਿੱਚ ਜਿਹੜੀ ਤੁਹਾਡੀ ਬੇਸਿਕ ਇਨਕਮ ਲੈਵਲ ਹੈਗਾ, ਜਿਵੇਂ ਪਾਵਰਟੀ ਹੈਗੀ, ਐਬਸੋਲੂਟ ਪਾਵਰਟੀ ਪੰਜਾਬ ਦੀ ਗੁਜਰਾਤ ਨਾਲੋਂ ਘੱਟ ਹੈਗੀ। ਹੋਰ ਕਿਸੇ ਵੀ ਸਟੇਟ ਨੂੰ ਲੈ ਕੇ ਪੰਜਾਬ ਇਜ਼ ਵਨ ਆਫ ਦ ਬੈਸਟ ਸਟੇਟਸ ਇਨ ਟਰਮਸ ਆਫ ਪਾਵਰਟੀ ਲੈਵਲਸ, ਰਾਈਟ। ਆਮ ਲੋਕਾਂ ਦੇ ਕੋਲ ਥੋੜ੍ਹਾ ਬਹੁਤਾ ਖਾਣ ਨੂੰ ਹੈਗਾ, ਭੁੱਖੇ ਨਹੀਂ ਕੋਈ ਵੀ ਮਰਦੇ। ਬਾਕੀ ਜਗ੍ਹਾ 'ਤੇ ਡਿਵੈਲਪਮੈਂਟ ਹੋ ਰਹੀ ਹੈ, ਪਰ ਉਹ ਉੱਪਰਲੇ ਸੈਗਮੈਂਟ ਹੋ ਰਹੀ ਹੈ। ਐਵਰੇਜ ਜ਼ਿਆਦਾ ਦਿਖਾਈ ਦਿੰਦਾ ਹੈਗਾ, ਬਟ ਇਨਇਕੁਆਲਿਟੀ ਬਹੁਤ ਜ਼ਿਆਦਾ ਹੈਗੀ। ਸਾਡੇ ਪੰਜਾਬ ਵਿੱਚ ਉਹ ਐਡਵਾਂਟੇਜ ਹੈਗਾ ਕਿ ਇਨਇਕੁਆਲਿਟੀ ਘੱਟ ਹੈਗੀ, ਲੋਕਾਂ ਦੇ ਵਿੱਚ ਕੰਮ ਕਰਨ ਦਾ ਕਲਚਰ ਹੈਗਾ, ਕੰਮ ਕਰਨ ਨੂੰ ਤਿਆਰ ਹੈਗੇ। ਠੀਕ ਹੈ, ਥੋੜ੍ਹੀ ਬਹੁਤੀ ਡਰੱਗ ਐਡਿਕਸ਼ਨ ਹੈਗੀ, ਪਰ ਉਹ ਬਾਰਡਰ ਏਰੀਆ ਦੇ ਵਿੱਚ ਹੈਗੀ, ਉਹ ਬਾਰਡਰ ਏਰੀਆ ਨੂੰ ਮੈਨੇਜ ਕੀਤਾ ਜਾ ਸਕਦਾ। ਅਤੇ ਆਮ ਜਿਹੜੇ ਲੋਕ ਹੈਗੇ, ਤੁਹਾਡਾ ਸਕੂਲਿੰਗ ਜਿਹੜੀ ਹੈਗੀ ਉਹ ਪਿਛਲੇ 5-7 ਸਾਲਾਂ ਦੇ ਵਿੱਚ ਕਾਫੀ ਇੰਪਰੂਵ ਹੋਈ ਹੈ। ਫੁਲਕਾ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀਗਾ, ਇਹਨਾਂ ਨੇ ਵੀ ਲੱਗ ਕੇ ਸਾਰੇ ਇਹਨਾਂ ਨੇ ਕਰਾਏ ਸੀਗੇ। ਸਕੂਲ ਦਾ ਜਿਹੜਾ ਇਨਫਰਾਸਟਰਕਚਰ ਹੈਗਾ, ਅਮਰਿੰਦਰ ਸਿੰਘ ਦੇ ਟਾਈਮ 'ਤੇ ਵੀ ਉਹਨਾਂ ਨੇ ਕਾਫੀ ਇਨਵੈਸਟ ਕੀਤਾ ਸੀਗਾ। ਪਿੱਛੇ ਇਹਨਾਂ ਨੇ ਸਰਵੇ ਵੀ ਕੀਤਾ, ਉਹਦੇ 'ਚ ਨਿਕਲ ਆਇਆ ਪੰਜਾਬ ਇਜ਼ ਐਟ ਦ ਟੌਪ। ਤੋ ਵਨ ਸ਼ੁੱਡ ਆਲਸੋ ਰਿਕਗਨਾਈਜ਼ ਦ ਪੋਜ਼ੀਟਿਵਸ। ਜਿਹੜੇ ਪੰਜਾਬ ਦੇ ਪੋਜ਼ੀਟਿਵਸ ਕਿਵੇਂ ਆਏ, ਜਿਹੜੇ ਚੰਗੇ ਐਕਸਪੀਰੀਅੰਸ ਹੈਗੇ ਉਹਨਾਂ ਨੂੰ ਲੈ ਕੇ ਕਿਵੇਂ ਅੱਗੇ ਵਧਾਇਆ ਜਾਏ, ਜਿਹੜੀ ਗੁੱਡ ਪ੍ਰੈਕਟਿਸਿਸ ਹੈਗੀਆਂ ਉਹਨਾਂ ਨੂੰ ਕਿਵੇਂ ਲਗਾਇਆ ਜਾਏ। ਅਤੇ ਕਿਉਂਕਿ ਲੀਡਰਸ਼ਿਪ ਦੇ ਵਿੱਚ ਚਰਨਿੰਗ ਹੋ ਰਹੀ ਹੈ, ਆਈ ਥਿੰਕ ਇਟਸ ਅ ਗੁੱਡ ਮੂਵਮੈਂਟ ਫॉर ਇੰਟਰਵੈਂਸ਼ਨ ਆਫ ਗਰੁੱਪਸ ਲਾਈਕ ਯੂਅਰਸ। ਜਿਹੜੀ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਹੈ ਉਹ ਕਹਿੰਦੇ ਜੀ ਇੱਥੇ ਆ ਵੀ ਕਰਨਾ ਜ਼ਰੂਰੀ ਹੈਗਾ। ਲੋਕ ਸੁਣਨ ਨੂੰ ਤਿਆਰ ਨੇ, ਲੋਕ ਕੁਛ ਐਕਸਪੈਰੀਮੈਂਟ ਕਰਨ ਨੂੰ ਵੀ ਤਿਆਰ ਨੇ। ਅਤੇ ਆਈ ਥਿੰਕ ਮਤਲਬ ਇੱਕ ਜਿਹੜਾ ਇੱਕ ਉਹ ਨੈਗੇਟਿਵ ਨੈਰੇਟਿਵ ਦੇ ਨਾਲ ਇੱਕ ਜਨਰਲੀ ਪੈਸਿਮਿਜ਼ਮ ਜਿਹੜਾ ਹੁੰਦਾ ਹੈਗਾ ਉਹਨੂੰ ਵੀ ਤੋੜਨਾ ਜ਼ਰੂਰੀ ਹੈਗਾ ਕਿ ਸਾਨੂੰ ਹੋਪ ਦਿਖਾਣੀ ਪਏਗੀ ਲੋਕਾਂ ਨੂੰ। ਅਤੇ ਹੋਪ ਦੇ ਸੋਰਸਿਸ ਵੀ ਹੈਗੇ। ਪੰਜਾਬ ਦੇ ਜਿਹੜੇ ਰਿਸੋਰਸਿਸ ਹੈਗੇ, ਜਿਵੇਂ ਤੁਹਾਡਾ ਗਲੋਬਲ ਡਾਇਸਪੋਰਾ ਹੈਗਾ, ਉਹ ਬੜਾ ਬੇਚੈਨ ਹੈਗਾ ਪੰਜਾਬ ਨੂੰ ਲੈ ਕੇ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਸਤਾ ਦਿਖਾਇਆ ਜਾਏ। ਮੈਂ ਪਿੱਛੇ ਸੀਗਾ LA ਦੇ ਵਿੱਚ, ਮੈਨੂੰ ਕੋਈ ਡਾਕਟਰ ਮਿਲੇ 5-6 ਪਰਸਨਲ ਵਿਜ਼ਿਟ 'ਤੇ ਗਿਆ ਸੀ। ਉਹ ਕਹਿੰਦੇ ਯਾਰ ਕੁਛ ਕਰਨਾ ਹੁੰਦਾ, ਸਾਡੇ ਕੋਲ ਪੈਸੇ ਪੂਸੇ ਹੁੰਦੇ ਹੈਗੇ ਅਤੇ ਅਸੀਂ ਉਹ ਫਿਰ ਉੱਥੇ ਜਾ ਕੇ ਗੁਰਦੁਆਰਿਆਂ 'ਚ ਹੀ ਚਲੇ ਜਾਂਦੇ ਹਾਂ, ਕੋਈ ਹੋਰ ਸਾਨੂੰ ਰਸਤਾ ਦੱਸੋ। ਮੈਂ ਕਿਹਾ ਹਾਂ ਤੁਸੀਂ ਦੱਸਣਾ, ਮੈਂ ਤਾਂ ਆਈਲ ਸ਼ੋ ਯੂ ਪੀਪਲ ਜਿਹੜੇ ਕੰਮ ਕਰਨ ਨੂੰ ਤਿਆਰ ਹੈ। ਉਹਨਾਂ ਦੇ ਕਿਵੇਂ ਕਾਰਟਲਸ ਬਣਾਏ ਜਾਣ, ਠੀਕ ਹੈ ਜੀ ਤੁਸੀਂ ਆਓ, ਇੰਨੇ ਪਿੰਡ ਤੁਸੀਂ ਅਡੋਪਟ ਕਰੋ, ਇੱਥੇ ਸ਼ਹਿਰਾਂ 'ਚ ਕੰਮ ਇਹ ਕਰੋ, ਤੁਸੀਂ ਯੂਥ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਹੈਲਥ ਦੇ ਵਿੱਚ। ਉਹ 10-12 ਸੈਕਟਰ ਹੀ ਹੁੰਦੇ, ਇਹਨਾਂ ਕੋਈ ਲੰਬਾ ਚੌੜਾ ਕੰਮ ਨਹੀਂ ਹੁੰਦਾ। ਮੈਨੇਜ ਕਰਨਾ ਕੋਈ ਔਖਾ ਨਹੀਂ ਗਾ। ਸਰਕਾਰ ਤੁਹਾਨੂੰ ਤੇ ਸਾਨੂੰ ਦੇ ਦੇਣਗੇ, ਅਸੀਂ ਬਣਾ ਕੇ ਚਲਾ ਲਾਂਗੇ, ਪਰ ਸਾਡਾ ਕੋਈ ਸੋਸ਼ਲ ਬੇਸ ਨਹੀਂ ਹੈਗਾ, ਸਾਨੂੰ ਕਿਸੇ ਵੋਟਾਂ ਨਹੀਂ ਪਾਣੀਆਂ। ਉਹ ਬੰਦੇ ਤੁਹਾਨੂੰ 10-12 ਹੀ ਚਾਹੀਦੇ ਆ। ਉਹ 10-12 ਚੰਗੇ ਬੰਦੇ ਮਿਲ ਜਾਣ, ਬਾਕੀ ਤੁਹਾਡਾ ਸਿਸਟਮ ਕੰਮ ਕਰਨ ਨੂੰ ਤਿਆਰ ਹੈਗਾ। ਠੀਕ ਹੈ, ਤੁਹਾਡੇ ਜਿਵੇਂ ਪੁਲਿਸ ਹੈਗੀ, ਪੁਲਿਸ ਨੂੰ ਤੁਸੀਂ ਕਾਫੀ ਖਰਾਬ ਕੀਤਾ ਪਿਛਲੇ 20-25 ਸਾਲਾਂ ਦੇ ਵਿੱਚ। ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਨੇ, ਸਟੇਟ ਦੀ ਜਿਹੜੀਆਂ ਮਸ਼ੀਨਰੀਜ਼ ਹੈਗੀਆਂ, ਉਹ ਪੰਜਾਬ ਪੁਲਿਸ ਦੇ ਜਿਹੜੇ ਕਈ ਇੰਸਟੀਟਿਊਸ਼ਨਸ ਹੈਗੇ ਜਿਨ੍ਹਾਂ ਨੂੰ ਓਵਰਹਾਲ ਦੀ ਜ਼ਰੂਰ ਲੋੜ ਹੈਗੀ, ਪਰ ਉਹ ਕੰਮ ਕੀਤਾ ਜਾ ਸਕਦਾ। ਸ਼ੁਰੂ ਤਾਂ ਕਰੋ ਨਾ। ਤਾਂ ਹੋਪਫੁਲੀ ਕੁਝ ਥੋੜ੍ਹਾ ਬਹੁਤਾ ਹੋ ਰਿਹਾ, ਬਾਕੀ ਮੈਨੂੰ ਲੱਗਦਾ ਪੋਸੀਬਿਲਿਟੀਜ਼ ਹੈਗੀਆਂ। ਐਂਡ ਵਨ ਸ਼ੁੱਡ ਆਲਵੇਜ਼ ਬੀ ਹੋਪਫੁਲ। ਆਈ ਥਿੰਕ ਇਹ ਮੇਰਾ ਆਪਣਾ ਜਿਹੜਾ ਸੋਚਣ ਦਾ ਤਰੀਕਾ। ਸਰ ਲਾਸਟ ਕੁਝ ਸਪੈਸ਼ਲ ਮੈਸੇਜ ਤੁਸੀਂ NRI ਕਮਿਊਨਿਟੀ ਦੇ ਲਈ ਜਾਂ ਜਿਹੜੀ ਸੰਗਤ ਹੈ ਪ੍ਰੋਗਰਾਮ ਦੇਖ ਰਹੀ ਹੈ ਉਹਨਾਂ ਨੂੰ ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਸ਼ੇਅਰ ਕਰਨਾ ਚਾਹੋਗੇ? ਨਹੀਂ, ਮੈਂ ਕੋਈ ਇੱਦਾਂ ਦਾ ਕੋਈ ਉਹ ਨਹੀਂ ਹੈਗਾ, ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਹੈਗੇ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਜਿਹੜੀ ਸਾਡਾ ਸਿੱਖੀ ਦਾ ਕਲਚਰ ਹੈਗਾ, ਜਿਹੜਾ ਉਹਦੇ ਵਿੱਚ ਬਾਬੇ ਨਾਨਕ ਨੇ ਸਾਨੂੰ ਇੱਕ ਚੀਜ਼ ਸਿਖਾਈ ਸੀਗੀ, ਇੱਕ ਤਾਂ ਇੱਕ ਦੂਜੇ ਨਾਲ ਪਿਆਰ ਕਰੋ ਅਤੇ ਮਿਲ ਕੇ ਬੈਠੋ। ਉਹ ਜਿਹੜੀ ਸੰਗਤ ਦੀ ਗੱਲ ਕਰਦੇ ਹੈਗੇ, ਵੰਡ ਖਾਣ ਦੀ ਗੱਲ ਕਰਦੇ ਹੈਗੇ, ਉਹਦੇ ਵਿੱਚ ਇੱਕ ਮੈਸੇਜ ਹੈਗਾ ਡੈਮੋਕ੍ਰੇਸੀ ਵਾਸਤੇ ਵੀ। ਹੁਣ ਸਾਡੇ ਇੱਥੇ ਇਲੀਟਿਜ਼ਮ ਇੰਨਾ ਜ਼ਿਆਦਾ ਆ ਗਿਆ, ਚੌਧਰਪਣਾ ਇੰਨਾ ਜ਼ਿਆਦਾ ਆ ਗਿਆ। ਉਹ ਬਾਬਾ ਜਿਹੜਾ ਕਹਿੰਦਾ ਸੀਗਾ ਕਿ ਹਾਂ ਵੀ ਮੈਂ ਤਾਂ ਮਤਲਬ ਭਾਗੋ ਦਾ ਖਾਣਾ ਨਹੀਂ ਖਾ ਕੇ ਮੈਂ ਤਾਂ ਲਾਲੋ ਕੋਲ ਜਾਊਂਗਾ,
ਉਹਦੇ 'ਚ ਇੱਕ ਮੈਸੇਜ ਹੈਗਾ, ਉਹਦੇ 'ਚ ਇਹ ਹੈਗਾ ਕਿ ਜਿਹੜੇ ਲੋਕਾਂ ਨੂੰ ਤਕਲੀਫ ਹੈਗੀ ਉਹਨੂੰ ਲੋੜ ਹੈਗੀ ਤੁਹਾਡੀ, ਤੇ ਬਾਕੀ ਜਿਹੜੇ ਮਤਲਬ ਉਹ ਕਿਸੇ ਨਾ ਕਿਸੇ ਤੇ ਇੱਕ ਜਿਹੜਾ ਸਾਡਾ ਇਕੁਇਟੀ ਦੀ ਗੱਲ ਹੈਗੀ ਜਿਹਨੂੰ ਲੈ ਕੇ ਸੇ ਕਰ ਵੀ ਰਿਹਾ ਬਾਤ, ਜਿਹੜੇ ਮਜਬੂਰੀ 'ਚ ਹੈਗਾ। ਕੋਵਿਡ ਦੇ ਟਾਈਮ ਕੋਈ ਨਹੀਂ ਸੀ ਨਿਕਲਦਾ, ਸਾਡੇ ਹੀ ਮੁੰਡੇ ਜਾ ਕੇ ਆਪਣਾ ਉਹ ਵੈਣਾ ਲੈ ਕੇ ਉਹ ਡੈੱਡ ਬੋਡੀਜ਼ ਨੂੰ ਵੀ ਚੁੱਕਦੇ ਸੀਗੇ। ਇਟਸ ਵੈਰੀ ਰਿਮਾਰਕੇਬਲ ਥਿੰਗ। ਆਕਸੀਜਨ ਦਾ ਲੰਗਰ ਲਗਾ ਕੇ ਰੱਖਿਆ ਸੀਗਾ। ਇਹ ਜਿਹੜੀ ਸਪਿਰਿਟ ਹੈਗੀ, ਆਈ ਥਿੰਕ ਦਿਸ ਸ਼ੁੱਡ ਬੀ ਇਨਕਰੇਜਡ। ਉਹਨਾਂ ਨੂੰ ਅਵਾਰਡ ਕਰਨਾ, ਉਹਨਾਂ ਨੂੰ ਰਿਕਗਨਾਈਜ਼ ਕਰਨਾ, ਦੇਖੋ ਜੀ ਆਹ ਹੈਗੇ ਤੁਹਾਡੇ ਲੀਡਰ, ਆਹ ਹੈਗੇ ਤੁਹਾਡਾ ਰਿਸੋਰਸ। ਡਾਇਸਪੋਰਾ ਵਾਲੇ ਬੜੇ ਚੰਗਾ ਕੰਮ ਕਰ ਰਹੇ ਆ, ਮਤਲਬ ਜਿੱਥੇ ਵੀ ਕਰ ਰਹੇ ਹੋਣ। ਉਹਨਾਂ ਨੇ ਨਿਊਯਾਰਕ ਦੇ ਵਿੱਚ ਵੀ ਕਿਸੇ ਨੂੰ ਭੁੱਖ ਲੱਗਦੀ ਸੀ ਤਾਂ ਗੁਰਦੁਆਰੇ ਜਾਂਦੇ ਸੀਗੇ, ਉਹ ਹੋਰ ਕਿਧਰੇ ਕਿਸੇ ਨੂੰ ਹੋਪ ਨਹੀਂ ਸੀਗੀ। ਲੰਗਰ ਲੱਗੇ ਸੀਗੇ, ਤੁਹਾਡੇ ਬ੍ਰਾਜ਼ੀਲ ਵਿੱਚ ਲੰਗਰ ਲੱਗੇ ਸੀ, ਅਰਜਨਟੀਨਾ ਲੰਗਰ ਲੱਗੇ ਸੀਗੇ, ਜਿਹਨਾਂ ਨੂੰ ਪਤਾ ਨਹੀਂ ਸਿੱਖੀ ਦਾ ਉੱਥੇ ਵੀ ਲੰਗਰ ਦਾ ਨਾਂ ਆ ਗਿਆ। ਇੱਕ ਲੰਗਰ ਦੀ ਜਿਹੜੀ ਗੱਲ ਹੈ, ਸੋ ਦੀਜ਼ ਆਰ ਪੋਜ਼ਿਟਿਵ ਰਿਸੋਰਸਿਸ। ਉਹ ਲੋਕੀ ਕਹਿੰਦੇ ਜੀ ਇਹ ਤੁਸੀਂ ਲੰਗਰ ਲਗਾ ਕੇ ਬਹਿ ਜਾਂਦੇ, ਲੰਗਰ ਲਗਾ ਕੇ ਬਹਿ ਜਾਂਦੇ, ਇਹ ਕੋਈ ਮਿਨੀਮਮ ਗੱਲ ਨਹੀਂ ਕਿ ਲੋਕਾਂ ਨੂੰ ਰੋਟੀ ਖਵਾਉਣਾ, ਭੁੱਖਾ ਕੋਈ ਵੀ ਹੋਏ, ਬੜਾ ਜ਼ਰੂਰੀ ਹੈ। ਜਦੋਂ ਤੱਕ ਤੁਸੀਂ ਇਹ ਨਹੀਂ ਫੋਕਸ ਕਰੋਗੇ ਕਿ ਸਾਰਾ ਹਿਊਮੈਨਿਟੀ ਇਜ਼ ਹਿਊਮੈਨਿਟੀ। ਬਾਬੇ ਨਾਨਕ ਦੇ ਵਾਸਤੇ ਕੋਈ ਵੱਖਰਾ ਨਹੀਂ ਸੀਗਾ, ਹੈ। ਉਹ ਜਿਹੜਾ ਸਾਡੇ 10ਵੇਂ ਗੁਰੂ ਦੀ ਵੀ ਕਹਾਣੀ ਤੁਸੀਂ ਸੁਣੀ ਹੈਗੀ, ਹਾਂ ਵੀ ਉਹ ਤਾਂ ਜਿਹੜਾ ਦੂਜਾ ਤੁਹਾਡਾ ਦੁਸ਼ਮਣ ਹੈਗਾ ਉਹਨੂੰ ਵੀ ਮਰਮ ਪੱਟੀ ਲਗਾ ਰਹੇ ਹੋ, ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਆਈ ਥਿੰਕ ਦੈਟ ਸਪਿਰਿਟ ਇਜ਼ ਸਮਥਿੰਗ ਵਿਚ ਦ ਹਿਊਮੈਨਿਟੀ ਨੀਡਸ। ਅਤੇ ਉਹ ਜੇ ਅਸੀਂ ਮਤਲਬ ਆਪਣੇ ਅੰਦਰ 'ਚ ਲੂਜ਼ ਕਰ ਦਿਆਂਗੇ, ਹਿਊਮੈਨਿਟੀ ਵਾਸਤੇ ਕਰਾਂਗੇ ਤਾਂ ਆਪਣੇ ਅੰਦਰ ਵਾਸਤੇ ਇਹ ਕਰਾਂਗੇ। ਜੇ ਅਸੀਂ ਆਪਣੇ ਨੈਰੋ ਹੋ ਕੇ ਬਹਿ ਗਏ ਨਾ, ਉਹਦੇ ਨਾਲ ਫਿਰ ਨੈਰੋ ਤਾਂ ਫਿਰ ਫਰਦਰ ਨੈਰੋ ਹੁੰਦਾ ਜਾਂਦਾ ਬੰਦਾ, ਫਿਰ ਤਾਂ ਆਪਣੀ ਕਿਨਸ਼ਿਪ ਵਿੱਚ ਹੀ ਕਰੋਗੇ, ਤੁਸੀਂ ਆਪਣੇ ਗੁਆਂਢ 'ਚ ਹੀ ਕਰੋਗੇ। ਅਤੇ ਸਾਰੇ ਹਿਊਮੈਨਿਟੀ ਜਿਹੜੀ ਹੈਗੀ, ਮੈਨੂੰ ਲੱਗਦਾ ਉਹ ਜਿਹੜਾ ਇੱਕ ਮੈਸੇਜ ਹੈਗਾ ਬਾਬੇ ਨਾਨਕ ਦਾ, ਬਾਬੇ ਨਾਨਕ ਕਿਸੇ ਕਮਿਊਨਿਟੀ ਦਾ ਨਹੀਂ ਹੈਗਾ, ਬਾਬਾ ਨਾਨਕ ਤਾਂ ਦੁਨੀਆ ਦਾ ਹੈਗਾ, ਇਨਸਾਨੀਅਤ ਦਾ ਹੈਗਾ। ਅਤੇ ਉਹ ਜਿਹੜਾ ਮੈਨੂੰ ਲੱਗਦਾ ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ। ਅਤੇ ਅੱਜ ਜਿਹੜੀ ਦੁਨੀਆ ਦੇ ਵਿੱਚ ਵਾਇਲੈਂਸ ਚੱਲ ਰਹੀ ਹੈ, ਜਿਹੜੀ ਦੁਨੀਆ ਦੇ ਵਿੱਚ ਇੱਕ ਅਜੀਬ ਕਿਸਮ ਦਾ ਹੋੜ ਲੱਗੀ ਹੈ ਪੈਸੇ ਬਣਾਉਣ ਦੀ, ਅਤੇ ਉਸ ਤੋਂ ਅੱਗੇ ਜਾ ਕੇ ਇੱਕ ਸਮਾਜ ਦੇ ਬਾਰੇ ਸੋਚਣਾ, ਲੋਕਾਂ ਦੇ ਬਾਰੇ ਸੋਚਣਾ, ਇੱਕ ਜਜ਼ਬਾਤ ਦੇ ਬਾਰੇ ਸੋਚਣਾ ਕਿ ਹਾਂ ਵੀ ਲੋਕਾਂ ਨੂੰ ਕਿਵੇਂ ਪਿਆਰ ਕੀਤਾ ਜਾਏ, ਕਿਵੇਂ ਪਿਆਰ ਸਿਖਾਇਆ ਜਾਏ। ਘਰਾਂ ਦੇ ਵਿੱਚ ਇੰਨੀ ਨਫ਼ਰਤ ਹੋ ਗਈ ਹੈ, ਘਰਾਂ ਦੇ ਵਿੱਚ ਇਤਨੀ ਜ਼ਿਆਦਾ ਉਹ ਹੋ ਗਿਆ ਕਿ ਉਹ ਜਿਹੜਾ ਥੋੜ੍ਹਾ ਜਿਹਾ ਡਿਫਰੈਂਸ ਹੋਇਆ ਨਹੀਂ ਤਾਂ ਤੁਸੀਂ ਇੱਕ ਦੂਜੇ ਨੂੰ ਦੁਸ਼ਮਣ ਬਣਾਉਣਾ ਸ਼ੁਰੂ ਕਰ ਦਿੰਦੇ ਹੋ। ਇਹਦੇ ਸਰ ਤੁਸੀਂ ਆ ਸਾਡੇ ਨਾਲ ਇੰਨੀ ਗੱਲਾਂ ਸਾਂਝੀਆਂ ਕੀਤੀਆਂ, ਅਤੇ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਵੀ ਅੱਜ ਕੰਟਰੀਬਿਊਟ ਕੀਤਾ ਕਿ ਬਈ ਜਿਹੜਾ ਕਾਸਟ ਸਿਸਟਮ ਹੈ, ਇਕੁਐਲਿਟੀ ਹੈ, ਅਤੇ ਜਿਹਦੀ ਵਜ੍ਹਾ ਦੇ ਨਾਲ ਸਾਡਾ ਲੰਗਰ ਸਿਸਟਮ ਬਣਿਆ ਅਤੇ ਸਾਡੇ ਗੁਰੂਆਂ ਨੇ ਨੀਂਹ ਰੱਖੀ, ਅਤੇ ਉਹ ਕहीं ਨਾ ਕहीं ਪੋਲੀਟੀਕਲ ਲੀਡਰਸ਼ਿਪ ਦੀ ਵਜ੍ਹਾ ਦੇ ਨਾਲ ਜਾਂ ਵਿਲ ਦੀ ਵਜ੍ਹਾ ਦੇ ਵੱਲ ਉਹ ਖੇਮੇ ਬਟ ਗਏ। ਅਗਰ ਉਹ ਖੇਮੇ ਨਾ ਹੋਏ ਤਾਂ ਬੜੇ ਸਾਰੇ ਇਸ਼ੂ ਤੇ ਵੈਸੇ ਰਿਜ਼ੋਲਵ ਹੋ ਜਾਣ। ਅਤੇ ਹੋਪਫੁਲੀ ਆਗੇ ਚਲਦੇ ਹੋਏ ਅਸੀਂ ਤੁਹਾਡੇ ਨਾਲ ਟਾਈਮ ਸਾਂਝਾ ਕਰਾਂਗੇ ਅਤੇ ਇੱਕ ਟੌਪਿਕ ਦੇ ਉੱਤੇ ਡਿਟੇਲ ਇੰਟਰਵਿਊ ਕਰਾਂਗੇ। ਅੱਜ ਦੇ ਲਈ ਇਤਨਾ ਹੀ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।